ਜਦੋਂ ਪੰਜਾਬ ਦੇ ਵਿੱਚ ਬੇਅਦਬੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਖਿਲਾਰਿਆ ਗਿਆ, ਸਰੂਪਾਂ ਦੇ ਨਾਲ ਜੋ ਕੁਝ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਕਿ ਕਿਸ ਤਰ੍ਹਾਂ ਦੇਖਦੇ ਹੋ ਉਸ ਵੇਲੇ ਦੇ ਸਮੇਂ ਨੂੰ ਕਿ ਹੁਣ ਤੱਕ ਇਨਸਾਫ ਕਿੱਥੇ ਤੱਕ ਹੈ, ਕਿੰਨੇ ਕਮਿਸ਼ਨ ਬਿਠਾ ਦਿੱਤੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਚੁੱਕ ਲਿਆ। ਜੇ ਤੁਸੀਂ ਸਾਡੀ ਫਿਲਮ ਜਿਹੜੀ ਆ, ਕਿਉਂਕਿ ਉਹ ਸਲਸੇ ਵਾਲੇ ਦੀ ਸਿੱਧੀ ਸੀਗੀ ਫਿਲਮ, ਜਦੋਂ ਦਾ ਰੌਲਾ ਸੀ ਉਹਦੀ ਨਹੀਂ ਲੱਗਣ ਦਿੱਤੀ ਗਈ, ਵਿਰੋਧ ਹੋਇਆ, ਤਾਂ ਉਹ ਪ੍ਰੇਮੀਆਂ ਨੇ ਲਾਏ ਇਸ਼ਤਿਹਾਰ ਤੇ ਉਹਨਾਂ ਨੇ ਜ਼ਿੰਮੇਵਾਰੀ ਵੀ ਲਈ। ਜੇ ਮਹਿੰਦਰਪਾਲ ਬਿੱਟੂ ਅੱਜ ਜਿਉਂਦਾ ਹੁੰਦਾ ਤਾਂ ਸ਼ਾਇਦ ਇਸ ਮਸਲੇ ਨੂੰ ਜਿਹੜਾ ਛੇਤੀ ਸੁਲਝਾਇਆ ਜਾ ਸਕਦਾ ਸੀ। ਮਹਿੰਦਰਪਾਲ ਬਿੱਟੂ ਤਾਂ ਵਰਤਿਆ ਸਲਸੇ ਵਾਲੇ ਨੇ, ਤੇ ਸਲਸੇ ਵਾਲਾ ਤਾਂ ਜਿੰਦਾ ਹੀ ਹੈ। ਜੇ ਮਹਿੰਦਰਪਾਲ ਬਿੱਟੂ ਹੁੰਦਾ ਤੇ ਫੇਰ ਬੜਾ ਕੁਝ ਹੋ ਜਾਣਾ ਸੀ। ਕੀ ਲੱਗਦਾ ਅਗਲੇ ਸਮੇਂ ਦੇ ਵਿੱਚ ਕਿਹਾ ਜਾਂਦਾ ਕਿ ਪਿੱਛੇ ਜੇ ਸਮਨ ਵੀ ਕੀਤਾ, ਕਹਿੰਦੇ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਗਏ ਸੀ ਹਰਿਆਣੇ ਦੇ ਵਿੱਚ ਤੇ ਉੱਥੇ ਪੁੱਛਗਿੱਛ ਹੋਣ ਨਹੀਂ ਦਿੱਤੀ ਗਈ, ਤੇ ਹੁਣ ਅਗਲੇ ਸਮੇਂ 'ਚ ਰਾਮ ਰਹੀਮ ਨੂੰ ਲਿਆ ਕੇ ਪੰਜਾਬ 'ਚ ਕੋਈ ਪੁੱਛਗਿੱਛ ਹੋ ਸਕਦੀ ਹੈ ਜਾਂ ਉਹ ਸੇਫ ਹੈ? ਰਾਮ ਰਹੀਮ ਦੇ ਉੱਤੇ ਉਹਨੂੰ ਕਤਲ ਦੇ ਕੇਸਾਂ ਦੇ ਵਿੱਚ, ਰੇਪ ਦੇ ਕੇਸਾਂ ਸਜ਼ਾ ਹੋ ਗਈਆਂ, ਪਰ ਉਹਦਾ ਰਿਮਾਂਡ ਤਾਂ ਇੱਕ ਦਿਨ ਨਹੀਂ ਲਿਆ। ਹੁਣ ਤੱਕ ਦੀ ਜਾਂਚ ਹੋਈ ਹੈ, ਉਸ ਨੂੰ ਕਾਨੂੰਨੀ ਨਜ਼ਰੀਆ ਕੀ ਕਹਿੰਦਾ ਹੈ? ਤੁਸੀਂ ਕਾਨੂੰਨੀ ਤੌਰ ਤੇ ਕਿੱਦਾਂ ਦੇਖਦੇ ਹੋ ਕਿ ਅਲੱਗ-ਅਲੱਗ ਕਮਿਸ਼ਨ ਬਿਠਾ ਦਿੱਤੇ, ਕਦੇ CBI ਜਾਂਚ ਕਰ ਰਹੀ ਹੈ, ਕਦੇ ਪੰਜਾਬ ਸਰਕਾਰ ਨੇ ਅਲੱਗ-ਅਲੱਗ SITs ਬਣਾ ਦਿੱਤੀਆਂ, ਹੁਣ ਕੁੰਵਰ ਵਿਜੇ ਪ੍ਰਤਾਪ ਹੋਣੀ ਜਾਂਚ ਕਰ ਰਹੇ ਨੇ। ਸਿੱਖਾਂ ਦੇ ਉੱਤੇ ਗੋਲੀਆਂ, ਇਹ ਤਾਂ ਤੁਸੀਂ ਜਿਹੜੇ ਵੀ ਰੋਸ ਧਰਨੇ ਦੇ ਉੱਤੇ ਸਿੱਖ ਬੈਠੇ ਹੁੰਦੇ ਆ, ਉੱਥੇ ਗੋਲੀਆਂ ਚੱਲਦੀਆਂ ਹੀ ਆ, ਭਾਵੇਂ ਗੁਰਦਾਸਪੁਰੋਂ ਜਸਪਾਲ ਸਿੰਘ ਚੌਲ ਸਿਧਵਾਂ ਸੀ, ਜਾਂ ਇੱਥੇ ਆਸ਼ੂਤੋਸ਼ ਦੇ ਖਿਲਾਫ ਸੀ, ਇੱਥੇ ਦਰਸ਼ਨ ਸਿੰਘ ਲੋਹਾਰਾ ਸੀ, ਜਾਂ ਸਰਸੇ ਵਾਲੇ ਦੇ ਖਿਲਾਫ ਉੱਤੇ ਸਨਾਮ ਕਮਲਜੀਤ ਸਿੰਘ। ਅਦਾਲਤ ਦੇ ਵਿੱਚ ਜਿਹੜੇ ਦੋਸ਼ੀ ਮੁਲਜ਼ਮ ਜਿਹੜੇ ਕਹੇ ਜਾਂਦੇ ਕਿ ਉਹ ਜ਼ਮਾਨਤ ਲੈ ਕੇ ਡੇਰਾ ਪ੍ਰੇਮੀ ਸੀਗੇ, ਉਸ ਮਸਲੇ ਨੂੰ ਕਿੱਦਾਂ ਦੇਖਦੇ ਹੋ ਕਿ ਕਮਜ਼ੋਰੀ ਕਿੱਥੇ ਰਹਿ ਜਾਂਦੀ ਹੈ? ਮਹਿੰਦਰਪਾਲ ਬਿੱਟੂ ਦੀ ਜਾਂ ਉਹਦੇ ਸਾਥੀਆਂ ਦੀ ਤਾਂ ਬੇਅਦਬੀ ਵਾਲੇ ਕੇਸ 'ਚ ਤਾਂ ਜਿਹੜੀ ਬੇਲ ਹੋ ਚੁੱਕੀ ਸੀ ਉਹਨਾਂ ਦੀ। ਸਵਾਲ ਉਹੀ ਉੱਠਦੇ ਨੇ ਕਿ ਪਰਮਰਾਜ ਉਮਰਾ ਨੰਗਲ ਜਿਹੜਾ ਉਹ ਉੱਥੇ ਕਿਸ ਤਰ੍ਹਾਂ ਪਹੁੰਚ ਗਿਆ, ਫਰੀਦਕੋਟ ਦੇ ਵਿੱਚ ਕਿਸ ਤਰ੍ਹਾਂ, ਉਹਨੂੰ ਕਿਸ ਦੇ ਇਸ਼ਾਰੇ ਤੇ ਗਿਆ? ਬਾਦਲ ਦਿੱਲੀ ਸੀਗਾ ਤੇ ਉਹਨੇ ਉਦੋਂ ਦੀਆਂ ਕਾਲ ਡਿਟੇਲਸ ਵੀ ਜਿਹੜੀਆਂ ਕਮਿਸ਼ਨ ਦੀਆਂ ਰਿਪੋਰਟਾਂ ਦੇ ਵਿੱਚ ਆ ਗਈਆਂ ਵੀ ਹਾਂ ਚਰਨਜੀਤ ਸ਼ਰਮੇ ਨੇ ਕਿਹਾ, ਮੈਨੂੰ ਸੈਣੀ ਨੇ ਕਿਹਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਕੋਈ ਪੋਲੀਟੀਕਲੀ ਤੌਰ ਤੇ ਇਹ 2022 ਦੀਆਂ ਚੋਣਾਂ ਆ ਰਹੀਆਂ, ਉਹ ਤੋਂ ਪਹਿਲਾਂ ਕੋਈ ਮੈਦਾਨ ਤਿਆਰ ਕੀਤਾ ਜਾ ਰਿਹਾ, ਜਾਂ ਸੱਚਮੁੱਚ ਕੋਈ ਸ਼ਿਕੰਜਾ ਕੱਸਣ ਦੀ ਤਿਆਰੀ ਹੈ, ਸੱਚਮੁੱਚ ਇਨਸਾਫ ਦੇਣ ਦੇ ਵੱਲ ਜਿਹੜਾ ਕਦਮ ਪੁੱਟੇ ਜਾ ਰਹੇ ਨੇ? ਕੈਪਟਨ ਨੇ ਵੀ ਇਹੀ ਕਹੀ ਵੀ ਬਾਦਲਾਂ ਨੇ ਦੇਖੋ ਜੀ ਇਹ ਕੀਤਾ ਜੀ, ਮੈਂ ਕਰੂੰਗਾ ਜੀ, ਮੈਂ ਆਹ 100 ਖਾਨਾ ਮੈਂ ਮਹੀਨੇ 'ਚ ਕਰ ਦੂੰਗਾ, ਸਾਲ 'ਚ ਕਰ ਦੂੰਗਾ। ਸੋ ਖਿੱਚਦੇ ਉਹ 22 ਦੇ ਲਾਗੇ ਆ ਗਈਆਂ। ਹੁਣ ਉਹ ਸੈਣੀ ਨੂੰ ਤਾਂ ਵੈਸੇ ਹੀ ਹਾਈ ਕੋਰਟ ਨੇ ਐਂਟੀਸਪੇਟਰੀ ਬੇਲ ਜਿਹੜੀ ਉਹਦੀ ਆ ਵੀ ਕਿਸੇ ਵੀ ਕੇਸ ਦੇ ਵਿੱਚ ਪੰਜਾਬ ਨੇ ਫੜਨਾ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰੰਜ ਚੈਨਲ ਪੰਜਾਬੀ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਜਦੋਂ ਬਰਗਾੜੀ ਦੀ ਗੱਲ ਹੁੰਦੀ ਹੈ, ਬਹਿਬਲ ਕਲਾਂ ਕੋਟਕਪੂਰਾ ਗੋਲੀकांड ਦੀ ਗੱਲ ਹੁੰਦੀ ਹੈ, ਬੇਅਦਬੀਆਂ ਦੇ ਮਸਲੇ ਉੱਠਦੇ ਨੇ, ਤਾਂ ਸਵਾਲ ਇਹ ਉੱਠਦੇ ਨੇ ਕਿ 5 ਸਾਲ ਅੱਜ ਇਹਨਾਂ ਮਸਲਿਆਂ ਨੂੰ ਬੀਤ ਚੁੱਕੇ ਨੇ, ਹਾਲੇ ਤੱਕ ਅਦਾਲਤਾਂ ਦੇ ਵਿੱਚ ਚਲਾਨ ਪੇਸ਼ ਹੋ ਰਹੇ ਨੇ, ਮੁਲਜ਼ਮਾਂ ਦੇ ਨਾਮ ਨਸ਼ਰ ਹੋ ਰਹੇ ਨੇ, ਪਰ ਗੱਲ ਤਾਂ ਇਹ ਹੈ ਕਿ ਅੰਜਾਮ ਤੱਕ ਇਹਨਾਂ ਮਸਲਿਆਂ ਨੂੰ ਕਿਉਂ ਨਹੀਂ ਪਹੁੰਚਾਇਆ ਜਾਂਦਾ? ਬਰਗਾੜੀ ਤੋਂ ਲੈ ਕੇ, ਬੇਅਦਬੀਆਂ ਤੋਂ ਲੈ ਕੇ ਹੁਣ ਤੱਕ ਦੀ ਸਿਆਸਤ ਕਿਸ ਤਰ੍ਹਾਂ ਦੀ ਰਹੀ ਹੈ? ਕਿਸ ਤਰ੍ਹਾਂ ਜਿਹੜਾ ਇਹਨਾਂ ਮਾਮਲਿਆਂ ਨੂੰ ਅੰਜਾਮ ਤੱਕ ਪਹੁੰਚਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ? ਕਦੇ ਕਿਹਾ ਜਾਂਦਾ ਹੈ ਕਿ ਗੁਰਮੀਤ ਰਾਮ ਰਹੀਮ ਸੱਚਾ ਸੌਦਾ ਦਾ ਜਿਹੜਾ ਸਾਧ ਸੀ, ਉਸ ਨੂੰ ਜਿਹੜਾ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਕਦੇ ਸਾਬਕਾ DGP ਸੁਮੇਧ ਸਿੰਘ ਸੈਣੀ ਦਾ ਨਾਮ ਵੀ ਇਸ ਵਿੱਚ ਸ਼ਾਮਲ ਹੁੰਦਾ। ਪਰ ਗੱਲ ਤਾਂ ਇਹ ਹੈ ਕਿ ਇਸ ਦੇ ਪਿੱਛੇ ਹੋਰ ਕਿਸ ਦਾ ਹੱਥ ਸੀ, ਉਹਨਾਂ ਤੱਕ ਪਹੁੰਚ ਕਿਉਂ ਨਹੀਂ ਕੀਤੀ ਜਾਂਦੀ? ਮੌਜੂਦਾ ਸਿਆਸਤ ਤੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਮੌਜੂਦਾ ਸਿੱਖ ਸਿਆਸਤ ਕਿਸ ਪਾਸੇ ਵੱਲ ਜਾ ਰਹੀ ਹੈ। ਮੇਰੇ ਨਾਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਮੌਜੂਦ ਨੇ। ਤੁਸੀਂ ਮੰਝਪੁਰ ਸਾਹਿਬ ਨੂੰ ਬਾਖੂਬੀ ਜਾਣਦੇ ਹੋ ਕਿ ਕਿਸ ਤਰ੍ਹਾਂ ਉਹ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਸਿੱਖ ਸੰਘਰਸ਼ ਦੇ ਵਿੱਚ ਜਿਹੜੇ ਆਪਣਾ ਕੀਮਤੀ ਸਮਾਂ ਦੇ ਰਹੇ ਨੇ, ਉਹਨਾਂ ਸਭ ਮਸਲਿਆਂ ਨੂੰ ਬੜੀ ਬੇਬਾਕੀ ਦੇ ਨਾਲ ਉਠਾਉਂਦੇ ਨੇ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰੰਜ ਚੈਨਲ ਪੰਜਾਬੀ ਦੇ। ਧੰਨਵਾਦ। ਮੰਝਪੁਰ ਸਾਹਿਬ, ਕਿਸ ਤਰ੍ਹਾਂ, ਸਭ ਤੋਂ ਪਹਿਲਾਂ ਜੇਕਰ ਅਸੀਂ ਬੇਅਦਬੀ ਵਾਲੇ ਮਸਲੇ ਤੇ ਜਾਈਏ, ਜਦੋਂ ਪੰਜਾਬ ਦੇ ਵਿੱਚ ਬੇਅਦਬੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਖਿਲਾਰਿਆ ਗਿਆ, ਸਰੂਪਾਂ ਦੇ ਨਾਲ ਜੋ ਕੁਝ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ, ਕਿ ਕਿਸ ਤਰ੍ਹਾਂ ਦੇਖਦੇ ਹੋ ਉਸ ਵੇਲੇ ਦੇ ਸਮੇਂ ਨੂੰ ਕਿ ਹੁਣ ਤੱਕ ਇਨਸਾਫ ਕਿੱਥੇ ਤੱਕ ਹੈ, ਕਿੰਨੇ ਕਮਿਸ਼ਨ ਬਿਠਾ ਦਿੱਤੇ? ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਦੀ ਘਟਨਾ ਹੈਗੀ, ਉਹ ਤੋਂ ਥੋੜਾ ਬੈਕ ਜਾਣ ਦੀ ਲੋੜ ਆ। ਜਦੋਂ ਇਹ ਇਸ਼ਤਿਹਾਰ ਲੱਗੇ ਸੀ ਜੀ, ਸਭ ਤੋਂ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਹੋਣੀ ਚਾਹੀਦੀ, ਉਹ ਇਸ਼ਤਿਹਾਰ ਲਾਏ ਗਏ ਪਿੰਡਾਂ ਦੇ ਵਿੱਚ, ਉੱਥੇ ਲੱਗੇ ਬੁਲਜਵਾਲ ਸਿੰਘ ਵਾਲਾ ਬਰਗਾੜੀ ਏਰੀਏ ਦੇ ਵਿੱਚ, ਉੱਥੇ ਲਾਏ ਗਏ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਚੁੱਕ ਲਿਆ।
ਜੇ ਤੁਸੀਂ ਸਾਡੀ ਫਿਲਮ ਜਿਹੜੀ ਆ, ਕਿਉਂਕਿ ਉਹ ਸਲਸੇ ਵਾਲੇ ਦੀ ਸਿੱਧੀ ਸੀਗੀ ਫਿਲਮ, ਜਦੋਂ ਦਾ ਰੌਲਾ ਸੀ ਉਹਦੀ ਨਹੀਂ ਲੱਗਣ ਦਿੱਤੀ ਗਈ, ਵਿਰੋਧ ਹੋਇਆ, ਤਾਂ ਉਹ ਪ੍ਰੇਮੀਆਂ ਨੇ ਲਾਏ ਇਸ਼ਤਿਹਾਰ ਤੇ ਉਹਨਾਂ ਨੇ ਜ਼ਿੰਮੇਵਾਰੀ ਵੀ ਲਈ। ਤੇ ਜੇ ਉਹਨਾਂ ਇਸ਼ਤਿਹਾਰਾਂ ਨੂੰ ਸੀਰੀਅਸਲੀ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾਂਦੀ ਤਾਂ ਸੋ ਇਹ ਤਾਂ ਗੱਲਾਂ ਬਾਅਦ ਦੇ ਵਿੱਚ ਆਈਆਂ ਵੀ ਜਿਨ੍ਹਾਂ ਨੇ ਇਸ਼ਤਿਹਾਰ ਲਾਏ ਉਹ ਉਦੋਂ ਬਾਦਲ ਸਰਕਾਰ ਸੀਗੀ, ਉਹਨਾਂ ਨੂੰ ਸਿਕਿਉਰਿਟੀ ਵੀ ਦੇ ਰੱਖੀ, ਪੁਲਿਸ ਉਹਨਾਂ ਨੂੰ ਮੁਲਾਜ਼ਮ ਵੀ ਦਿੱਤੇ ਹੋਏ, ਉਹਨਾਂ ਨੂੰ ਜਿਪਸੀਆਂ ਮਿਲੀਆਂ ਹੋਈਆਂ ਸਿਕਿਉਰਿਟੀਆਂ ਨੇ ਜਿਹੜੀਆਂ ਸਰਸੇ ਵਾਲੇ ਦੇ। ਸੋ ਮੇਨ ਬੇਸਿਕ ਸਾਜ਼ਿਸ਼ ਜਿਹੜੀ ਰਚੀ ਗਈ ਉਹ ਜਿਹੜੀ ਗੁਰਮੀਤ ਰਾਮ ਰਹੀਮ ਨੇ ਰਚੀ, ਜਾਂ ਉਹਦੇ ਪਿੱਛੇ ਭਾਰਤੀ ਏਜੰਸੀਆਂ ਦੀਆਂ ਜਿਹੜੀਆਂ ਉਹਦੀ ਕਾਰਸਤਾਨੀ ਸੀਗੀ। ਸੋ ਗੱਲ ਉੱਥੋਂ ਸ਼ੁਰੂ ਹੁੰਦੀ ਆ। ਉਹਨਾਂ ਨੇ ਜ਼ਿੰਮੇਵਾਰੀ ਚੁੱਕ ਕੇ ਇਹ ਸਾਰਾ ਕੰਮ ਜਿਹੜਾ ਕੀਤਾ, ਤੇ ਉਹਦੇ 'ਚ ਜਿਹੜੀ ਪਹਿਲਾਂ ਦੀ ਸਰਕਾਰ ਵੀ, ਬਾਦਲ ਸਰਕਾਰ ਵੀ ਨਾਕਾਮ ਰਹੀ, ਤੇ ਹੁਣ ਦੀ ਸਰਕਾਰ ਵੀ ਆ ਜਿਹੜੀ ਉਹ ਜਿਹੜੀ ਨਾਕਾਮ ਰਹੀ ਆ। ਉਹਨਾਂ ਨੂੰ ਕਿਸੇ, ਹੁਣ ਤੱਕ ਤਾਂ 5 ਸਾਲ ਹੋ ਗਏ, ਹੁਣ ਤੱਕ ਤਾਂ ਜੇ ਫੜ ਕੇ ਬੰਦਿਆਂ ਨੂੰ ਸਜ਼ਾ ਵੀ ਹੋ ਜਾਂਦੀ ਬੇਅਦਬੀ ਦੀ, ਤੇ ਜਿੰਨੀ ਕੁ ਸਜ਼ਾ ਹੈ ਉਨੀ ਕੁ ਉਹਨਾਂ ਦੀ ਪੂਰੀ ਵੀ ਹੋ ਜਾਣੀ ਸੀ। 2 ਸਾਲ ਤੇ 3 ਸਾਲ ਦੀ 295 ਦੇ ਵਿੱਚ ਜਿਹੜੀ ਸਜ਼ਾ ਹੈਗੀ 295 'ਚ। ਸੋ ਉਹ ਆ ਵੀ ਅਜੇ ਤੱਕ ਤਾਂ ਇਹ ਵੀ ਸੀਗਾ ਜੀ, ਇਹ ਵੀ ਸੀਗਾ। ਹੁਣ ਇਹ ਸਾਰਾ ਪੰਜਾਬ ਜਾਂ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨਾ, ਉਹਨੂੰ ਪਤਾ ਵੀ ਇਹ ਬੇਅਦਬੀ ਕਿਹਨੇ ਕਰਾਈ, ਤੇ ਉਹਨਾਂ ਨੂੰ ਜਿਹੜੀ ਆ ਉਹ ਰਾਖਾ ਕੌਣ ਬਣਿਆ। ਬੇਅਦਬੀ ਸਰਸੇ ਵਾਲੇ ਨੇ ਕਰਾਈ, ਕਿਹੜੀਆਂ ਏਜੰਸੀ ਉਹਦੇ ਪਿੱਛੇ ਸੀਗੀਆਂ, ਉਹਦੇ ਪਿੱਛੇ ਵੋਟ ਰਾਜਨੀਤੀ ਸੀਗੀ, ਤੇ ਉਹਦਾ ਜਿਹੜਾ ਰਾਖਾ ਉਦੋਂ ਦੀ ਬਾਦਲ ਸਰਕਾਰ ਬਣੀ, ਜਿਹਦਾ ਉਹਨਾਂ ਨੂੰ ਖਾਮਿਆਜ਼ਾ ਭੁਗਤਣਾ ਪਿਆ। ਸੋ ਇਹ ਆ ਵੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਦੁਬਿਧਾ ਨਹੀਂ ਹੈਗੀ ਵੀ ਬੇਅਦਬੀ ਕਿਹਨੇ ਕਰਵਾਈ, ਉਹਦੀ ਜ਼ਿੰਮੇਵਾਰੀ। ਪਰ ਇਹ ਆ ਵੀ ਕਾਨੂੰਨ ਦੀ ਜਿਹੜੀ ਵੀ ਹੁਣ CBI ਕੋ ਇਨਵੈਸਟੀਗੇਸ਼ਨ ਆ ਗਈ ਜੀ, ਹੁਣ ਪੰਜਾਬ ਪੁਲਿਸ ਕਰੂਗੀ, ਉਹ ਆਪਸ ਦੇ ਵਿੱਚ ਏਜੰਸੀਆਂ ਇੱਕ ਜਿਹੜਾ ਤਮਾਸ਼ਾ ਆ। ਪਰ ਇਹਨਾਂ ਕਠਪੁਤਲੀਆਂ ਨੂੰ ਤਮਾਸ਼ਬੀਨ ਨਚਾਉਣ ਵਾਲਾ ਕੌਣ ਆ? ਮਸਲਾ ਤਾਂ ਇਹ ਵੀ ਪਰਦੇ ਦੇ ਪਿੱਛੇ ਉਹਨਾਂ ਦੀ ਡੋਰੀ ਕਿਹਨਾਂ ਦੇ ਹੱਥ ਆ, ਜਿਹੜੀ CBI ਦੀ, ਪੰਜਾਬ ਪੁਲਿਸ ਦੀ, ਪੰਜਾਬ ਸਰਕਾਰ ਦੀ, ਬਾਦਲ ਸਰਕਾਰ ਦੀ, ਤੇ ਸੌਦਾ ਸਾਧ ਦੀ, ਇਹਨਾਂ ਦੀ ਡੋਰੀ ਕਿਹਦੇ ਹੱਥ ਆ? ਅਸਲ ਜਿਹੜਾ ਟਾਰਗੇਟ ਆ ਸਾਡਾ ਉਹ ਹੋਣਾ ਚਾਹੀਦਾ। ਬਾਕੀ ਇਹ ਵੀ ਜਿਹਨਾਂ ਬੇਅਦਬੀਆਂ ਦਾ ਉਹ ਦੋਸ਼ੀ ਜਿਹੜਾ ਘਾੜਤ ਘਾੜਨ ਵਾਲਾ ਹੀ ਮਹਿੰਦਰਪਾਲ ਬਿੱਟੂ, ਜਦੋਂ ਨਹੀਂ ਕਿਸੇ ਸਿਰੇ ਬੰਨੇ ਗੱਲ ਲੱਗੀ ਤਾਂ ਉਹਨੂੰ ਜੇਲ੍ਹ ਦੇ ਵਿੱਚ ਹੀ ਸਿੱਖ ਨੌਜਵਾਨਾਂ ਨੇ ਜਿਹੜਾ ਉਹਨੂੰ ਸੋਧ ਦਿੱਤਾ। ਸੋ ਇਹ ਜਾਂ ਸਰਕਾਰ ਹੀ ਚਾਹੁੰਦੀ ਆ ਵੀ ਅਸੀਂ ਇੱਦਾਂ ਨਾ ਕਰੀਏ ਤੇ ਕੋਈ ਇਹੋ ਜਿਹੀ ਭੜਕਾਹਟ ਬਣੇ ਜਿਹਦੇ ਵਿੱਚੋਂ ਕੁਝ ਜਜ਼ਬਾਤੀ ਨੌਜਵਾਨ ਇਸ ਪਾਸੇ ਨੂੰ ਚੱਲਣ, ਕਿਉਂਕਿ ਉਹਨਾਂ ਨੂੰ ਲੱਗਦਾ ਵੀ ਸਾਡੇ ਗੁਰੂ ਦਾ ਇਹ ਹੁਕਮ ਹੀ ਆ ਵੀ ਜਦੋਂ ਸਾਰੇ ਹੀਲਿਆਂ ਵਸੀਲਿਆਂ ਤੋਂ ਗੱਲ ਮੁੱਕ ਜੇ ਤੇ ਤਲਵਾਰ ਨੂੰ, ਕਿਰਪਾਨ ਨੂੰ ਹੱਥ ਪਾ। ਤੁਹਾਨੂੰ ਲੱਗਦਾ ਕਿ ਜੇ ਮਹਿੰਦਰਪਾਲ ਬਿੱਟੂ ਅੱਜ ਜਿਉਂਦਾ ਹੁੰਦਾ ਤਾਂ ਸ਼ਾਇਦ ਇਸ ਮਸਲੇ ਨੂੰ ਜਿਹੜਾ ਛੇਤੀ ਸੁਲਝਾਇਆ ਜਾ ਸਕਦਾ ਸੀ? ਨਹੀਂ, ਸਰਸੇ ਵਾਲਾ ਜਿੰਦਾ ਹੀ ਆ, ਉਹਦੇ ਤੋਂ ਸੁਲਝਾ ਲਓ। ਮਹਿੰਦਰਪਾਲ ਬਿੱਟੂ ਤਾਂ ਛੋਟਾ ਸੀ, ਸਰਸੇ ਵਾਲੇ ਨੂੰ ਤਾਂ ਅਜੇ ਤੱਕ ਰਿਮਾਂਡ ਤੇ ਨਹੀਂ ਲਿਆ। ਮਹਿੰਦਰਪਾਲ ਬਿੱਟੂ ਤਾਂ ਵਰਤਿਆ ਸਰਸੇ ਵਾਲੇ ਨੇ, ਤੇ ਸਰਸੇ ਵਾਲਾ ਤਾਂ ਜਿੰਦਾ ਹੀ ਹੈ। ਜੇ ਮਹਿੰਦਰਪਾਲ ਬਿੱਟੂ ਹੁੰਦਾ ਤੇ ਫੇਰ ਬੜਾ ਕੁਝ ਹੋ ਜਾਣਾ ਸੀ। ਹੁਣ ਸਰਸੇ ਵਾਲੇ ਨੂੰ ਕਿਹੜਾ ਕਿਸੇ ਨੇ ਰਿਮਾਂਡ ਤੇ ਲਿਆ? ਇਹ ਐਵੇਂ ਗੱਲਾਂ ਹੁੰਦੀਆਂ ਜਿਹੜੀਆਂ ਕਹਿੰਦੇ ਮਹਿੰਦਰਪਾਲ, ਹੁਣ ਬਾਦਲ, ਸੁਖਬੀਰ ਬਾਦਲ ਜਿੰਦਾ, ਉਹਨੂੰ ਪੁੱਛ ਲਓ ਵੀ ਉਹਨੇ ਕਿਹਦੇ ਹੁਕਮਾਂ ਤਹਿਤ ਮਹਿੰਦਰਪਾਲ ਬਿੱਟੂ ਨੂੰ ਸਿਕਿਉਰਿਟੀ ਦੇ ਕੇ ਰੱਖੀ, ਉਹਦੇ ਕੋਲ ਜਿਪਸੀ ਵੀ ਰਹੀ, ਉਹਨੂੰ ਗਾਰਦ ਵੀ ਮਿਲਦੀ ਰਹੀ। ਸੋ ਇਹ ਤਾਂ ਐਵੇਂ ਜਿਹੜੇ ਨੌਜਵਾਨਾਂ ਨੇ ਇਹ ਕਹਿ ਲਓ ਵੀ ਗੁਰੂ ਦੀ ਭੈ ਭਾਵਨੀ ਦੇ ਵਿੱਚ ਕੰਮ ਕੀਤਾ, ਉਹਨਾਂ ਦੇ ਉਹਨੂੰ ਡੇਗਣ ਵਾਸਤੇ ਆ ਵੀ ਮਹਿੰਦਰਪਾਲ ਮਾਰਤਾ ਜੀ ਤੇ ਹੁਣ ਪਤਾ ਨਹੀਂ ਕੀ ਹੋ ਜਾਣਾ। ਉਹ ਜਿੰਦਾ ਹੁੰਦਾ ਤੇ ਪਤਾ ਨਹੀਂ ਕਿਹਨੂੰ ਡਿੱਕੇ ਆ ਜਾਣਾ ਸੀਗਾ। ਸੋ ਕੁਛ ਨਹੀਂ ਸੀ ਹੋਣਾ, ਇਹਦੇ ਨਾਲੋਂ ਮਾੜਾ ਹੀ ਹੋਣਾ ਸੀਗਾ। ਉਹਨੇ ਹੁਣ ਬਾਹਰ ਆ ਜਾਣਾ ਜੀ। ਜਿਹੜੇ ਹੁਣ ਤੱਕ ਦੀ ਜਾਂਚ ਹੋਈ ਹੈ ਉਸ ਨੂੰ ਕਾਨੂੰਨੀ ਨਜ਼ਰੀਆ ਕੀ ਕਹਿੰਦਾ ਹੈ? ਤੁਸੀਂ ਕਾਨੂੰਨੀ ਤੌਰ ਤੇ ਕਿੱਦਾਂ ਦੇਖਦੇ ਹੋ ਕਿ ਅਲੱਗ-ਅਲੱਗ ਕਮਿਸ਼ਨ ਬਿਠਾ ਦਿੱਤੇ, ਕਦੇ CBI ਜਾਂਚ ਕਰ ਰਹੀ ਹੈ, ਕਦੇ ਪੰਜਾਬ ਸਰਕਾਰ ਨੇ ਅਲੱਗ-ਅਲੱਗ SITs ਬਣਾ ਦਿੱਤੀਆਂ, ਹੁਣ ਕੁੰਵਰ ਵਿਜੇ ਪ੍ਰਤਾਪ ਹੋਣੀ ਜਾਂਚ ਕਰ ਰਹੇ ਨੇ। ਆ ਪਿਛਲੇ ਦਿਨੀ ਸਾਹਮਣੇ ਆਇਆ ਕਿ ਉਹਨਾਂ ਨੂੰ ਵੀ ਜਿਹੜਾ ਇਸ ਤੋਂ ਲਾਂਭੇ ਕਰਨ ਦੇ ਲਈ ਕਿਤੇ ਨਾ ਕਿਤੇ ਚਾਰਾਜੋਈ ਕੀਤੀ ਗਈ, ਪਰ ਪੰਜਾਬ ਸਰਕਾਰ ਦਾ ਸਟੈਂਡ ਜਿਹੜਾ ਉਹ ਸਪਸ਼ਟ ਹੈ। ਨਹੀਂ, ਦੇਖੋ ਉਹਦੇ 'ਚ ਸਾਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਆ ਵੀ ਇੱਕ ਤਾਂ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿਹੜੇ ਕੇਸ ਹੈਗੇ ਆ, ਜਿਹੜੀ ਬੁਲਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਵਾਲੇ, ਇੱਕ ਹੈਗੇ ਬਹਿਬਲ ਕਾਣਾ ਤੇ ਕੋਟਕਪੂਰਾ ਗੋਲੀ ਕਾਂਡ ਜਿਹੜਾ ਉਸ ਰੋਸ 'ਚ। ਸੋ ਉਹਦੇ ਵਿੱਚ ਸਾਨੂੰ ਜ਼ਰੂਰ ਡਿਫਰੈਂਸ਼ੀਏਟ ਕਰਨਾ ਚਾਹੀਦਾ ਵੀ ਉਹ ਇੱਕ ਰੋਸ ਦੇ ਵਿੱਚ ਉਪਜੇ ਹੋਏ ਜਿਹੜੇ ਉੱਥੇ ਸਿੱਖ ਸੰਗਤਾਂ ਸੀ ਉਹਨਾਂ ਤੇ ਗੋਲੀ ਦਾ ਕੇਸ ਆ, ਇੱਕ ਬੇਅਦਬੀ ਦਾ ਹੈਗਾ। ਸੋ ਜਿਹੜੀਆਂ ਸਿੱਖਾਂ ਦੇ ਉੱਤੇ ਗੋਲੀਆਂ, ਇਹ ਤਾਂ ਤੁਸੀਂ ਜਿਹੜੇ ਵੀ ਰੋਸ ਧਰਨੇ ਦੇ ਉੱਤੇ ਸਿੱਖ ਬੈਠੇ ਹੁੰਦੇ ਆ ਉੱਥੇ ਗੋਲੀਆਂ ਚੱਲਦੀਆਂ ਹੀ ਆ, ਭਾਵੇਂ ਗੁਰਦਾਸਪੁਰੋਂ ਜਸਪਾਲ ਸਿੰਘ ਚੌਲ ਸਿਧਵਾਂ ਸੀ, ਜਾਂ ਇੱਥੇ ਆਸ਼ੂਤੋਸ਼ ਦੇ ਖਿਲਾਫ ਸੀ, ਇੱਥੇ ਦਰਸ਼ਨ ਸਿੰਘ ਲੋਹਾਰਾ ਸੀ, ਜਾਂ ਸਰਸੇ ਵਾਲੇ ਦੇ ਖਿਲਾਫ ਉੱਤੇ ਸਨਾਮ ਕਮਲਜੀਤ ਸਿੰਘ ਸਨਾਮ ਸੀਗਾ, ਫਿਰੋਜ਼ਪੁਰ ਦਾ ਸੀ ਇੱਕ ਸਿੰਘ, ਇੱਕ ਬੰਬੇ ਉਹਨੇ ਗੋਲੀ ਚਲਾਈ ਸੀ। ਸੋ ਉਹਨੂੰ ਡਿਫਰੈਂਸ਼ੀਏਟ ਕਰਨ ਦੀ ਲੋੜ ਹੈਗੀ। ਜਿਹੜੀ ਮੇਨ ਮਸਲਾ ਦਾ ਉਹਦੇ ਲਈ ਸਰਸੇ ਵਾਲਾ
ਉਹ ਲਈ ਮੇਨ ਦੋਸ਼ੀ ਸੀ ਮਹਿੰਦਰਪਾਲ ਬਿੱਟੂ, ਉਹਦਾ ਅੱਗੇ ਫਿਲਾ ਸੀ ਜਿਹਨੇ ਐਗਜ਼ੀਕਿਊਟ ਕੀਤਾ ਸਾਰੇ ਕਾਸੇ ਨੂੰ, ਤੇ ਉਹ ਆਪਣੀ ਸਜ਼ਾ ਪਾ ਗਿਆ ਤੇ ਗੁਰਮੀਤ ਰਾਮ ਅਜੇ ਜੇਲ੍ਹ ਦੇ ਵਿੱਚ ਹੈਗਾ। ਤੇ ਉਹਦੀ ਜਿਹੜੀ ਰੱਖਿਆ ਕੀਤੀ ਉਹ ਬਾਦਲ ਸਰਕਾਰ ਨੇ ਕੀਤੀ, ਤੇ ਉਹਨੂੰ ਛਹਿ ਜਿਹੜੀ ਆ ਕੇਂਦਰੀ ਏਜੰਸੀਆਂ ਨੇ। ਮੇਰੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਮੈਂ ਸਮਝਦਾ ਵੀ ਇਹੀ ਕਹਿੰਦੀ ਆ। ਤੇ ਇਹ ਅਦਾਲਤਾਂ ਦੇ ਵਿੱਚ ਦੇਖੋ ਤੇ ਹੁਣ 295 ਦੇ ਵਿੱਚ ਤਾਂ 2 ਸਾਲ ਦੀ ਸਜ਼ਾ ਹੀ ਆ, ਤੇ 295 ਚ 3 ਸਾਲ ਦੀ ਸਜ਼ਾ ਦੀ ਪ੍ਰੋਵੀਜ਼ਨ ਆ। ਕਿਸੇ ਔਰਤ ਦੀ ਕਿਸੇ ਬੰਦੇ ਦੀ ਚੈਨੀ ਝਪਟ ਕੇ ਲੈ ਜਾਵੇ ਉਹਦੀ 10 ਸਾਲ ਦੀ ਸਜ਼ਾ ਹੈਗੀ ਆ। 379 ਬੀ ਆ, ਟਰੈਵਲ ਬਾਏ ਸੈਸ਼ਨ ਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਦੀ ਤਾਂ ਮੈਂ ਕਹਿੰਦਾ ਬਾਹਰੋਂ ਬਾਹਰ ਜ਼ਮਾਨਤ ਹੋਏ ਜੀ, ਇੰਨਾ ਛੋਟਾ ਜਿਹਾ ਕ੍ਰਾਈਮ ਉਹਨਾਂ ਦੇ ਵਾਸਤੇ ਇਹ ਹੈਗਾ। ਸੋ ਇਹਨੂੰ ਭਾਰਤੀ ਸਥਾਪਿਤ ਕਾਨੂੰਨ ਦੇ ਢਾਂਚੇ ਦੇ ਵਿੱਚ ਜਿਹੜਾ ਹੈਗਾ ਉਹ ਸਿੱਖ ਐਸਪੀਰੇਸ਼ਨ ਦੀ ਉਹ ਚ ਸੰਤੁਸ਼ਟੀ ਨਹੀਂ ਹੁੰਦੀ। IPC 295 ਤੇ 295 ਤੇ ਇਹ ਜਾਣਬੁੱਝ ਕੇ ਹੁਣ ਜਿਹੜੀਆਂ ਕੱਲ ਪਾਸੋਂ ਹੋਈਆਂ ਘਟਨਾਵਾਂ ਫਤਿਹਗੜ੍ਹ ਸਾਹਿਬ, ਇਹ ਜਾਣਬੁੱਝ ਕੇ ਹੀ ਇਹਨਾਂ ਦਿਨਾਂ ਦੇ ਵਿੱਚ ਹੀ ਕਰਵਾਈਆਂ ਗਈਆਂ। ਉਹ ਵੀ ਸਰਸੇ ਵਾਲੇ ਦਾ ਪ੍ਰੇਮੀ ਸੀ। ਸੋ ਇਹ ਉਹ ਸਾਜ਼ਿਸ਼ ਦੇ ਤਹਿਤ ਰੈਗੂਲਰ ਕਰ ਰਹੇ ਆ, ਤੇ ਕੋਈ ਵੀ ਉਹਨਾਂ ਨੂੰ ਪੁੱਛ ਪੜਤਾ ਨਹੀਂ ਕਰ ਰਿਹਾ। ਦੂਜੇ ਦਿਨ ਕਹਿੰਦੇ ਜੀ ਦਵਾਈ ਚੱਲਦੀ ਸੀ ਜੀ, ਇਹ ਤਾਂ ਉਹ ਸੀ ਜੀ, ਇਹ ਤਾਂ ਦਿਮਾਗੀ ਤੌਰ ਤੇ ਜਿੰਨੀਆਂ ਘਟਨਾਵਾਂ ਹੁੰਦੀਆਂ ਉਹਨੂੰ ਦਿਮਾਗੀ ਤੌਰ ਤੇ ਉਹ ਕਹਿ ਦਿੰਦੇ ਆ ਜੀ। ਬਿਲਕੁਲ, ਜਿਹੜੇ ਪਿੱਛੇ ਜੇ ਆਪਾਂ ਦੇਖੀਏ ਕਿ ਇਹਨਾਂ ਮਸਲਿਆਂ ਦੇ ਵਿੱਚ ਅਦਾਲਤ ਦੇ ਵਿੱਚ ਜਿਹੜੇ ਦੋਸ਼ੀ ਮੁਲਜ਼ਮ ਜਿਹੜੇ ਕਹੇ ਜਾਂਦੇ ਕਿ ਉਹ ਜ਼ਮਾਨਤ ਲੈ ਕੇ ਡੇਰਾ ਪ੍ਰੇਮੀ ਸੀਗੇ, ਉਸ ਮਸਲੇ ਨੂੰ ਕਿੱਦਾਂ ਦੇਖਦੇ ਹੋ ਕਿ ਕਮਜ਼ੋਰੀ ਕਿੱਥੇ ਰਹਿ ਜਾਂਦੀ ਹੈ? ਚਲਾਨ ਦੇ ਵਿੱਚ ਕੁਝ ਹੋਰ ਹੁੰਦਾ ਹੈ, ਬਾਹਰ ਕੁਝ ਹੋਰ ਨਿਕਲ ਕੇ ਸਾਹਮਣੇ ਆਉਂਦਾ ਹੈ, ਮੀਡੀਆ 'ਚ ਖਬਰਾਂ ਕੁਝ ਹੋਰ ਛਪ ਜਾਂਦੀਆਂ। ਨਹੀਂ ਦੇਖੋ, ਉਹਦੇ 'ਚ ਕਮਜ਼ੋਰੀ ਨਹੀਂ, ਉਹ ਜਿਹੜੇ ਸੈਕਸ਼ਨ ਹੀ ਆ ਉਹੀ ਕਮਜ਼ੋਰ ਆ। ਉਹਦੇ 'ਚ ਐਜ਼ ਪਰ ਜੇ ਕਾਨੂੰਨ ਗੱਲ ਕਰੀਏ ਤੇ ਜਿਹੜੀ 3 ਸਾਲ ਦੀ ਸਜ਼ਾ ਵਾਲੇ ਨੂੰ ਤਾਂ ਵੈਸੇ ਹੀ 1-2 ਦਿਨਾਂ 'ਚ ਰੈਗੂਲਰ ਬੇਲ ਹੋ ਜਾਂਦੀ। ਠੀਕ ਆ, ਉਹ offense ਨੌਨ ਬੇਲੇਬਲ ਰੱਖਿਆ ਹੋਇਆ, ਪਰ ਉਹ ਸਜ਼ਾ ਦੇ ਹਿਸਾਬ ਦੇ ਨਾਲ ਤਾਂ ਹੁਣ ਸੁਪਰੀਮ ਕੋਰਟ ਨੇ ਕਿਹਾ ਹੈ ਵੀ ਜਿਹਨਾਂ ਜੁਰਮਾਂ ਦੇ ਵਿੱਚ 7 ਸਾਲ ਤੱਕ ਦੀ ਸਜ਼ਾ ਹੈਗੀ ਆ। ਅਨੇਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਦੇ ਵਿੱਚ ਫੈਸਲਾ ਹੈਗਾ 2017 ਦਾ, ਉਹਦੇ 'ਚ ਉਹਨਾਂ ਨੇ ਕਿਹਾ ਹੋਇਆ ਵੀ ਉਹਨਾਂ ਨੂੰ ਛੇਤੀ ਜੇਲ੍ਹ ਨਾ ਭੇਜੋ। ਇਹ ਤਾਂ ਥੋੜਾ ਸਰਕਾਰ ਨੇ ਭਾਵਨਾਵਾਂ ਨੂੰ ਜਿਹੜੀਆਂ ਕੋਈ ਜਥੇਬੰਦੀਆਂ ਸਿੱਖ ਰੋਸ ਕਰਦੇ ਆ ਉਹਨਾਂ ਨੂੰ ਠੰਡਿਆ ਕਰਨ ਲਈ ਉਹਨਾਂ ਨੂੰ ਹਫ਼ਤਾ 10 ਦਿਨ ਮਹੀਨਾ ਖੰਡ ਲਵਾ ਦਿੰਦੇ ਆ। ਮਹਿੰਦਰਪਾਲ ਬਿੱਟੂ ਦੀ ਜਾਂ ਉਹਦੇ ਸਾਥੀਆਂ ਦੀ ਤਾਂ ਬੇਅਦਬੀ ਵਾਲੇ ਕੇਸ 'ਚ ਤਾਂ ਜਿਹੜੀ ਬੇਲ ਹੋ ਚੁੱਕੀ ਸੀ ਉਹਨਾਂ ਦੀ, ਉਹਨਾਂ ਨੂੰ ਤਾਂ ਜਿਹੜੀ ਅਗਜਣੀ ਦੇ ਤੇ ਹੋਰ ਕੇਸਾਂ ਦੇ ਵਿੱਚ ਉਹ ਕਸਟਡੀ ਦੇ ਵਿੱਚ ਸੀਗਾ। ਬਾਕੀ ਤਾਂ ਉਹਨਾਂ ਦੀ 295 ਵਾਲੇ ਜਿਹੜੇ ਬੇਅਦਬੀ ਵਾਲੇ ਕੇਸ 'ਚ ਤਾਂ ਜਿਹੜੀ ਉਹ ਬੇਲ ਤੇ ਸੀਗੇ ਉਹ। ਸੋ ਕਾਨੂੰਨ ਦੇ ਵਿੱਚ ਹੀ ਇੰਨੀ ਕਮਜ਼ੋਰੀ ਹੈਗੀ, ਯਾਨੀ ਕਿ ਸਮੱਸਿਆ ਇਹੀ ਹੈ ਵੀ ਜਿਹੜਾ ਕਾਨੂੰਨ ਹੈਗਾ ਉਹ ਸਾਡੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਨਹੀਂ ਬਣਿਆ ਹੋਇਆ। ਇਹ ਤਾਂ ਅੰਗਰੇਜ਼ਾਂ ਨੇ ਬਣਾਇਆ ਸੀ, ਉਸੇ ਤਰ੍ਹਾਂ ਹੀ ਚੱਲਿਆ ਆਉਂਦਾ। ਉਹਨਾਂ ਦੇ ਵਾਸਤੇ ਇੱਕ ਮਾਮੂਲੀ ਜਿਹੜੀ ਜੀ ਉਹ ਵੀ ਸੇਮ ਹੀ ਆ, ਗੁਰੂ ਗ੍ਰੰਥ ਸਾਹਿਬ ਵੀ ਸੇਮ ਆ, ਪਰ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਵਾਸਤੇ ਜਾਗਦੀ ਜੋਤ ਆ, ਤੇ ਉਹਦਾ ਫਰਕ ਹੋਣਾ ਚਾਹੀਦਾ। ਜਿਹੜਾ ਕਿ ਇਹਨਾਂ ਨੇ ਯਤਨ ਕੀਤਾ ਪਿਛਲੀ ਸਰਕਾਰ ਨੇ ਵੀ, ਪਰ ਸੈਂਟਰਲ ਗਵਰਨਮੈਂਟ ਨੇ ਉਹਨਾਂ ਦੀ ਉਹ ਸੋਧ ਨੂੰ ਪ੍ਰਵਾਨਗੀ ਨਹੀਂ ਦਿੱਤੀ। ਜੀ ਮੰਜਪੁਰ ਸਾਹਿਬ, ਜਿਹੜਾ ਪਿੱਛੇ ਜੇ ਇਹਨਾਂ ਨੇ ਜਿਹੜੇ ਪੁਲਿਸ ਅਧਿਕਾਰੀ ਮੌਕੇ ਦੇ ਸੀਗੇ ਚਰਨਜੀਤ ਸਿੰਘ ਸ਼ਰਮਾ ਦੇ ਨਾਲ ਦੇ, ਕਹਿੰਦੇ ਉਹਨੂੰ ਗਵਾਹ ਬਣਾ ਲਿਆ ਗਿਆ, ਸਰਕਾਰੀ ਗਵਾਹ, ਉਸ ਨੂੰ ਕਿੱਦਾਂ ਦੇਖਦੇ ਹੋ ਕਿ ਇਸ ਤਰ੍ਹਾਂ ਤਾਂ ਕੱਲ ਨੂੰ ਕੋਈ ਵੀ ਘਟਨਾ ਕਰਨ ਤੋਂ ਬਾਅਦ ਜਿਹੜਾ ਉਹ ਗਵਾਹ ਬਣ ਜਾਏਗਾ ਤੇ ਉਹਨੂੰ ਪੁਲਿਸ ਜਿਹੜਾ ਇਸ ਤਰ੍ਹਾਂ ਗਵਾਹ ਵਜੋਂ ਯੂਜ਼ ਕਰ ਰਹੀ ਹੈ, ਇਹਨੂੰ ਕਿੱਦਾਂ ਦੇਖਦੇ ਹੋ? ਇਹਦਾ ਇੰਪੈਕਟ ਕੇਸ ਤੇ ਕਿੱਦਾਂ ਪੈਂਦਾ? ਨਹੀਂ ਦੇਖੋ, ਉਹਦੇ 'ਚ ਜਿਹੜੀ ਬੇਅਦਬੀ ਵਾਲੀ ਘਟਨਾ 'ਚ ਨਹੀਂ ਉਹ ਗਵਾਹ ਬਣੇ, ਜਿਹੜੇ ਬਣੇ ਆ ਉਹ ਗੋਲੀकांड ਦੇ ਵਿੱਚ ਜਿਹੜੇ ਗਵਾਹ ਬਣੇ ਆ। ਸੋ ਉਹਦੇ 'ਚ ਕਾਨੂੰਨ ਦੀ ਪ੍ਰੋਵੀਜ਼ਨ ਹੈਗੀ ਆ ਅਪਰੂਵਲ, ਜਿਵੇਂ ਸਮੇਰ ਸੈਣੀ ਵਾਲੇ ਬਲਵੰਤ ਸਿੰਘ ਮਲਤਾਨੀ ਉਹਨਾਂ ਦੀ ਕੇਸ ਦੇ ਵਿੱਚ ਵੀ ਜਿਹੜੇ ਆ ਉਹ ਮੌਕੇ ਦੇ ਜਿਹੜੇ ਅਫਸਰ ਆ ਉਹ ਅਪਰੂਵਲ ਬਣੇ ਆ। ਸੋ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈਗੀ ਆ ਵੀ ਜੇ ਉਹ ਸਾਰਾ ਕੁਝ ਦੱਸਦਾ, ਪਰ ਉਹਦੀ ਨਾਲ ਦੀ ਨਾਲ ਸ਼ਰਤ ਵੀ ਹੁੰਦੀ ਆ, ਕਿਉਂਕਿ ਉਹ ਐਡਮਿਟ ਕਰ ਰਿਹਾ ਹੁੰਦਾ ਵੀ ਮੈਂ ਵੀ ਇਸ ਜੁਰਮ ਦੇ ਵਿੱਚ ਸ਼ਾਮਲ ਸੀਗਾ, ਪਰ ਮੇਰੀ ਹੁਣ ਜ਼ਮੀਰ ਦੱਸਦੀ ਆ ਵੀ ਮੈਂ ਇਜਾਜ਼ਤ ਨਹੀਂ ਦਿੰਦੀ ਵੀ ਮੈਂ ਇਹਦੇ ਵਿੱਚ ਖੜਾ, ਮੈਂ ਮੰਨਦਾ ਆਪਣਾ। ਤੇ ਉਹ ਵਾਅਦਾ ਮਾਫ ਗਵਾਹੀ ਹੁੰਦਾ ਵੀ ਉਹਨੂੰ ਇਹ ਵੀ ਤੈਨੂੰ ਮਾਫੀ ਦਿੱਤੀ ਜਾਊਗੀ, ਪਰ ਇਹਦੀ ਜੇ ਕੋਰਟ ਦੇ ਵਿੱਚ ਉਹਦੀ ਗਵਾਹੀ ਦੇ ਨਾਲ ਜਿਹਦੇ ਖਿਲਾਫ ਉਹ ਗਵਾਹੀ ਦੇ ਰਿਹਾ ਉਹਨੂੰ ਨਾ ਸਜ਼ਾ ਹੋ ਸਕੇ, ਕੋਈ ਹੋਰ ਟੈਕਨੀਕਲ ਰੀਜ਼ਨ ਹੋ ਗਿਆ, ਤਾਂ ਜਿਹੜਾ ਗਵਾਹ ਬਣਿਆ ਉਹਨੂੰ 100% ਸਜ਼ਾ ਹੋਣੀ ਹੈ, ਕਿਉਂਕਿ ਉਹਨੇ ਆਲਰੇਡੀ ਐਡਮਿਟ ਕੀਤਾ ਹੋਇਆ ਵੀ ਮੈਂ ਇਸ ਕ੍ਰਾਈਮ ਦੇ ਵਿੱਚ ਸ਼ਾਮਲ ਸੀ। ਬੜਾ ਰਿਸਕੀ ਹੁੰਦਾ ਇਹ ਕੰਮ ਕਿਸੇ ਬੰਦੇ ਲਈ, ਇਹ ਵੀ ਉਹਦੇ ਖਿਲਾਫ ਮੈਂ ਗਵਾਹ ਆ ਤੇ ਮੈਂ ਵੀ ਸ਼ਾਮਲ ਆ, ਜੇ ਉਹ ਪ੍ਰੂਵ ਨਾ ਹੋਇਆ ਤੇ ਮੈਨੂੰ ਸਜ਼ਾ ਹੋ ਸਕਦੀ। ਹੁਣ ਬਲਵੰਤ ਸਿੰਘ ਮਲਤਾਨੀ 'ਚ ਮੰਨ ਲਓ ਕਿਸੇ ਵਜ੍ਹਾ ਕਰਕੇ ਕੇਸ ਸੈਣੀ ਦੇ ਖਿਲਾਫ ਨਹੀਂ ਖੜਾ ਰਹਿੰਦਾ, ਤਾਂ ਜਿਹੜੇ ਬੰਦੇ ਗਵਾਹ ਬਣੇ ਉਹਨਾਂ ਨੂੰ ਸਜ਼ਾ ਹੋਣੀ ਆ, ਇਹ ਤੋਂ ਕੋਈ ਬੋਲਾਵਾਂ ਨਹੀਂ ਹੈਗੀਆਂ। ਸੋ ਕਾਨੂੰਨ ਦੀ ਪ੍ਰੋਵੀਜ਼ਨ ਆ ਜੀ, ਕੋਈ ਕਰਕੇ ਜੁਰਮ ਤੇ ਮੰਨ ਸਕਦਾ ਹੈ, ਤਾਂ ਅੱਗੇ ਕੋਰਟ ਦੀ ਹੈਗੀ ਆ ਵੀ ਉਹਦੀ ਇਹ ਜਿਹੜੀ ਪਲੀ ਆ ਅਪਰੂਵਲ ਵਾਲੀ ਮੰਨੇ ਜਾਂ ਨਾ ਮੰਨੇ। ਜਦੋਂ ਕੋਈ ਵੀ ਪ੍ਰੋਸੀਕਿਊਸ਼ਨ ਦੇ ਵਿੱਚ ਕੋਲ ਕੋਈ ਸਰਕਮਸਟੈਂਸ ਐਵੀਡੈਂਸ ਜਾਂ ਕੋਈ ਡਾਇਰੈਕਟ ਐਵੀਡੈਂਸ ਨਹੀਂ ਹੁੰਦਾ, ਫਿਰ ਆਮ ਤੌਰ ਤੇ ਇਹੋ ਜਿਹਾ ਜਿਹੜਾ ਸਹਾਰਾ ਲਿਆ ਜਾਂਦਾ ਤੇ ਉਹਦੀ ਜਿਹੜੀ ਆ
ਕੋਰਟ ਦੀ ਡਿਸਕ੍ਰਿਸ਼ਨ ਆ ਵੀ ਉਹਨੂੰ ਮੰਨੇ ਜਾਂ ਨਾ ਮੰਨੇ। ਇੱਥੇ ਕੋਰਟ ਨੇ ਮੰਨ ਲਿਆ, ਹਾਂ ਹੋ ਸਕਦਾ ਕੋਈ ਧਿਰ ਉਹਦੇ ਖਿਲਾਫ ਹਾਇਰ ਕੋਰਟ 'ਚ ਚਲੀ ਜਾਵੇ ਤੇ ਉੱਥੇ ਕੋਰਟ ਕਹੇ ਵੀ ਨਹੀਂ ਇਹ ਨਹੀਂ ਕੀਤਾ ਜਾ ਸਕਦਾ। ਸੋ ਕੋਰਟ ਦੀ ਪ੍ਰੋਵੀਜ਼ਨ ਦੇ ਤਹਿਤ ਹੀ ਹੋਇਆ, ਕੋਈ ਬਿਯੋਂਡ ਲਾ ਜਾ ਕੇ ਨਹੀਂ ਹੋਇਆ। ਇਹਨਾਂ ਮਾਮਲਿਆਂ ਦੇ ਵਿੱਚ ਤੁਸੀਂ ਉਮਰਾ ਨੰਗਲ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਉਮਰਾ ਨੰਗਲ ਨੂੰ ਵੀ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿਣਾ ਪਿਆ, ਲਗਾਤਾਰ ਹੁਣ ਵੀ ਉਹ ਜਿਹੜਾ ਚਾਰਾਜੋਈ ਕਰ ਰਹੇ ਨੇ, ਉਹਨਾਂ ਦੇ ਪਿੱਛੇ ਪਿੱਛੇ ਜਿਹੜੀ ਆਪਣੀ SIT ਵੀ ਲੱਗੀ ਹੋਈ ਹੈ, ਉਸ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਉਮਰਾ ਨੰਗਲ ਇਕੱਲੇ ਦੀ ਗੱਲ ਨਹੀਂ ਹੈਗੀ। ਇੱਥੇ ਜਿੰਨੇ ਵੀ ਪੁਲਿਸ ਅਫਸਰ, ਤੁਸੀਂ ਜੇ ਝਾਤ ਮਾਰੋ, ਥੋੜਾ ਇਹਨੂੰ ਵਿਸ਼ਲੇਸ਼ਣ ਕਰੋ, ਜਿੰਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਆ ਪਿਛਲੇ ਖਾੜਕੂਵਾਦ ਦੇ ਸਮੇਂ ਦੇ ਦੌਰਾਨ ਅਨਡਿਊ ਜਿਹੜੀਆਂ ਆਪਣੀਆਂ ਕਾਰਵਾਈਆਂ ਦੇ ਨਾਲ ਜਿਨ੍ਹਾਂ ਨੇ ਤਰੱਕੀਆਂ ਲਈਆਂ ਹੋਈਆਂ, ਉਹ ਇੱਕ ਕਰਪਟ ਉਹਦਾ ਹਿੱਸਾ ਹੈਗਾ। ਭਾਵੇਂ ਸੈਣੀ ਆ, ਉਮਰਾ ਨੰਗਲ ਆ, ਜਾਂ ਰਾਜਜੀਤ ਹੁੰਦਲ ਆ, ਜਾਂ ਜਿੰਨੇ ਵੀ ਹੋਰ ਵੀ ਪੁਲਿਸ ਵਾਲੇ ਸੀਗੇ, ਉਹ ਸਾਰੇ ਹੀ ਹੁਣ ਦੇ ਜਿੰਨੇ ਨਸ਼ੇ ਵਾਲੇ ਕਾਰੋਬਾਰਾਂ 'ਚ ਵੀ ਉਹਨਾਂ ਦਾ ਹੀ ਜ਼ਿਕਰ ਆਉਂਦਾ ਸਾਰਿਆਂ ਦੇ ਵਿੱਚ। ਜਿਹੜੀ ਕੋਈ ਲੋਕਾਂ ਦੇ ਨਾਲ ਪੁਲਿਸ ਦੇ ਹਿਰਾਸਤ ਦੇ ਦੌਰਾਨ ਤਸ਼ੱਦਦ ਕੀਤਾ ਜਾਂਦਾ, ਕੋਈ ਪੈਸਿਆਂ ਦੀ ਠੱਗੀ ਠੋਰੀ, ਜ਼ਮੀਨਾਂ ਦੇ ਕਬਜ਼ੇ, ਉਹ ਸਾਰੇ ਯਾਨੀ ਕਿ ਉਹ ਕਿਉਂਕਿ ਉਹਨਾਂ ਦੇ ਕਹਿ ਸਕਦੇ ਜਦੋਂ ਮੂੰਹ ਨੂੰ ਲਹੂ ਲੱਗ ਜਾਂਦਾ ਨਾ, ਫਿਰ ਉਹਨਾਂ ਕੋਲ ਰਿਹਾ ਨਹੀਂ ਜਾਂਦਾ। ਤਾਂ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਇਹੋ ਜਿਹੀ ਆਪਣੀ ਕਰਪਟ ਮਾਈਂਡ ਦੇ ਨਾਲ ਇਹੋ ਜਿਹੀ ਗਤੀਵਿਧੀ ਸ਼ਾਮਲ ਹੁੰਦੇ ਆ। ਸੋ ਇਹ ਤਾਂ ਹੈਗੀ ਆ ਵੀ ਜਿੰਨੇ ਵੀ ਖਾੜਕੂਵਾਦ ਦੇ ਟਾਈਮ ਜਿਹੜਾ ਅੱਤਵਾਦ ਦੇ ਨਾਂ ਨੂੰ ਖਤਮ ਕਰਨ ਦੇ ਨਾਂ ਹੇਠ ਇਹਨਾਂ ਨੇ ਆਪਣੀਆਂ ਤਰੱਕੀਆਂ ਲਈਆਂ, ਬੇਕਸੂਰ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰ ਕੇ, ਸੋ ਉਹ ਉਹਨਾਂ ਦੀ ਇਨਵੋਲਵਮੈਂਟ ਡਾਇਰੈਕਟ ਇਨਡਾਇਰੈਕਟ ਹੁਣ ਦੇ ਸਮੇਂ 'ਚ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਬੇਅਦਬੀਆਂ ਜਾਂ ਯਾਨੀ ਕਿ ਜਿਹੜੀਆਂ ਸਿੱਖਾਂ ਦੇ ਉੱਤੇ ਗੋਲੀਆਂ, ਬਹਿਬਲ ਕਲਾਂ, ਕੋਟਕਪੂਰਾ, ਲੁਧਿਆਣਾ, ਗੁਰਦਾਸਪੁਰ, ਜਿੱਥੇ ਵੀ ਹੈਗੀ ਉੱਥੇ ਇਹਨਾਂ ਦੀ ਇਨਵੋਲਵਮੈਂਟ ਆ ਜਾਂਦੀ ਹੈ। ਸੋ ਪਰਮਰਾਜ ਉਮਰਾ ਨੰਗਲ ਵੀ ਉਹਨਾਂ ਦੇ ਵਿੱਚ। ਸਵਾਲ ਉਹੀ ਉੱਠਦੇ ਨੇ ਕਿ ਪਰਮਰਾਜ ਉਮਰਾ ਨੰਗਲ ਜਿਹੜਾ ਉਹ ਉੱਥੇ ਕਿਸ ਤਰ੍ਹਾਂ ਪਹੁੰਚ ਗਿਆ, ਫਰੀਦਕੋਟ ਦੇ ਵਿੱਚ ਕਿਸ ਤਰ੍ਹਾਂ, ਉਹਨੂੰ ਕਿਸ ਦੇ ਇਸ਼ਾਰੇ ਤੇ ਗਿਆ? ਬਿਲਕੁਲ, ਉਹ ਤਾਂ ਹੈ ਹੀ ਹੈ ਜੀ। ਇਹ ਅਫਸਰ ਜਿਹੜੀ ਬਿਯੋਂਡ ਦੀ ਜੂਰਿਡਿਕਸ਼ਨ ਜਾ ਕੇ, ਜੋ ਲੁਧਿਆਣੇ ਰੇਂਜ ਦਾ IG ਹੈਗਾ, ਤਾਂ ਉਹ ਉੱਥੇ ਫਰੀਦਕੋਟ ਰੇਂਜ ਦੇ ਵਿੱਚ ਉਹ ਕਿਵੇਂ ਗਿਆ? ਉਹ ਖਾਸ ਹਦਾਇਤ ਹੋਈ ਹੋਣੀ ਵੀ ਯਾਰ ਤੂੰ ਦੇਖ ਉੱਥੇ ਜਾ ਕੇ, ਇਹ ਹੁਣ ਭਾਸ਼ਾ ਜਿਹੜੀ ਹੈ ਯਾਰ ਤੂੰ ਦੇਖ, ਇਹ ਸੁਖਬੀਰ ਬਾਦਲ ਦੀ ਆ ਕਿ ਉੱਥੇ ਦੇਖੀ ਕੋਈ ਪੰਗਾ ਨਾ ਪੈ ਜਾਵੇ, ਹਨਾ। ਤੇ ਉਹ ਗਿਆ ਉੱਥੇ, ਉਹਨੇ ਫਿਰ ਸੈਣੀ ਤੋਂ ਲਈਆਂ, ਉਹਨੇ ਇਹ ਸਾਰਾ ਕੁਝ ਆ ਗਿਆ ਵੀ ਉਦੋਂ ਰਾਤ ਬਾਦਲ ਦਿੱਲੀ ਸੀਗਾ ਤੇ ਉਹਨੇ ਉਦੋਂ ਦੀਆਂ ਕਾਲ ਡਿਟੇਲਸ ਵੀ ਜਿਹੜੀਆਂ ਕਮਿਸ਼ਨ ਦੀਆਂ ਰਿਪੋਰਟਾਂ ਦੇ ਵਿੱਚ ਆ ਗਈਆਂ ਵੀ ਹਾਂ ਚਰਨਜੀਤ ਸ਼ਰਮੇ ਨੇ ਕਿਹਾ, ਮੈਨੂੰ ਸੈਣੀ ਨੇ ਕਿਹਾ, ਤੇ ਉਹਦੀ ਜਿਹੜੀ ਕਾਲ ਡਿਟੇਲ ਆ ਰਾਤ 12 12:30 ਦੀ ਵੀ ਹਾਂ ਇਹਨੂੰ ਕਲੀਨ ਕਰੋ, ਉਹਨੇ ਕਹਿਤਾ। ਹੁਣ ਕਲੀਨ ਕਰੋ ਦਾ ਮਤਲਬ ਕੋਰਟ ਦੇ ਵਿੱਚ ਹੋ ਲਿਆ, ਕਲੀਨ ਕਰੋ ਦਾ ਮਤਲਬ ਵੀ ਰਸਤਾ ਸਾਫ਼ ਕਰੋ ਜਾਂ ਬੰਦੇ ਸਾਫ਼ ਕਰੋ। ਸੋ ਇਹ ਸਾਰੀਆਂ ਗੱਲਾਂ ਹੈਗੀਆਂ। ਜੇ ਤਾਂ ਇਸ ਤਰ੍ਹਾਂ ਦਾ ਐਵੀਡੈਂਸ ਇਹ ਕਿਤੇ ਸਟੇਟ ਦੇ ਵਿਰੁੱਧ ਕੋਈ ਜਿਹੜਾ ਸੰਘਰਸ਼ ਲੜ ਰਿਹਾ ਉਹਦੇ ਖਿਲਾਫ ਹੋਵੇ, ਹੁਣ ਨੂੰ ਤਾਂ ਉਹਨੂੰ ਫਾਇਰ ਵੀ ਟੰਗ ਦੇਣਾ ਸੀ। ਸੋ ਇਹ ਹੈਗੀ ਵੀ ਇੰਟਰਪ੍ਰੀਟੇਸ਼ਨ ਜਿਹੜੀ ਹੈ ਕਿਸੇ ਗੱਲ ਦੀ ਕਿਸ ਤਰ੍ਹਾਂ ਜਿਹੜੀ ਲੈਣੀ। ਸੋ ਇਹਨੂੰ ਤੁਸੀਂ ਫੰਡਿੰਗ ਦੇ ਨਾਲ ਵੀ ਜੋੜੋ ਇਹਨਾਂ ਦੇ, ਪਰ ਇਹ ਇਕੱਲਾ ਇਹ ਕੋਈ ਇਹ ਨਹੀਂ ਹੈਗਾ ਵੀ ਉਹਨਾਂ ਨੇ ਕਿਹਾ। ਸੋ ਜਿਵੇਂ UAP ਅਨਲਾਫੁਲ ਐਕਟੀਵਿਟੀ ਦੇ ਵਿੱਚ ਪੈਸਿਆਂ ਨੂੰ ਮੇਨ ਦੇਖਦੇ ਵੀ ਕਿਹਨੂੰ ਕਿੰਨੇ ਪੈਸੇ ਆਏ, ਇਹਨਾਂ ਦੇ ਖਾਤੇ ਕਿਉਂ ਨਹੀਂ ਖੰਗਾਲਦੇ ਵੀ ਇਹਨਾਂ ਨੂੰ ਕਿੱਥੋਂ ਕਿੱਥੋਂ ਪੈਸੇ ਆਉਂਦੇ ਆ, ਤੇ ਇਹਨਾਂ ਦੀਆਂ ਜਾਇਦਾਦਾਂ ਦੀ ਕਿਉਂ ਨਹੀਂ ਜਿਹੜੀ ਜਾਂਚ ਹੁੰਦੀ। ਜਿਵੇਂ ਹੁਣ ਤੁਸੀਂ ਲਾ ਲਓ ਖਾੜਕੂਵਾਦ ਦੇ ਕੇਸਾਂ, ਜੇ ਕਿਸੇ ਨੂੰ $1000 ਵੀ ਬਾਹਰੋਂ ਆਇਆ ਤੇ ਉਹਨੂੰ ਇਹ ਟੈਰਰ ਫੰਡਿੰਗ ਬਣਾ ਦਿੰਦੇ। ਸੋ ਇਹਨਾਂ ਦੀਆਂ ਕਿੰਨੀਆਂ ਕਿੰਨੀਆਂ ਤਨਖਾਹਾਂ ਤੇ ਕਿੱਥੋਂ ਕਿੱਥੋਂ ਇਹਨਾਂ ਨੇ ਆਪਣੇ ਜਾਇਦਾਦਾਂ ਬਣਾਈਆਂ, ਉਹਦੀ ਜਾਂਚ ਵੱਲ ਨੂੰ ਤੁਰੋ, ਫਿਰ ਪਤਾ ਲੱਗੂਗਾ। ਅੱਧਾ ਚੰਡੀਗੜ੍ਹ ਤਾਂ ਇਹਨਾਂ ਨੇ ਮੱਲਿਆ ਹੋਇਆ ਜੀ। ਇਹ ਕਿਉਂ ਨਹੀਂ SIT ਕਿਉਂ ਨਹੀਂ ਇਸ ਪਾਸੇ ਵੱਲ ਨੂੰ ਜਾਂਦੀ? ਕਦੇ ਸੁਝਾਅ ਨਹੀਂ ਦਿੱਤਾ ਤੁਸੀਂ? ਗੱਲਬਾਤ ਨਹੀਂ ਹੋਈ ਕਦੇ? ਨਹੀਂ, ਦੇਖੋ ਇਹ ਤਾਂ ਸਟੇਟ ਪਾਲਿਸੀ ਦੇ ਤਹਿਤ ਹੀ ਇਹਨਾਂ ਨੇ ਕੀਤਾ। ਕੁਛ ਇਹਨਾਂ ਨੇ ਸਟੇਟ ਦੇ ਮੁਤਾਬਕ ਕੀਤਾ, ਕੁਛ ਇਹਨਾਂ ਨੇ ਆਪਣੀ ਵਿੱਚ ਮਨਮਰਜ਼ੀ ਕੀਤੀ। ਫਿਰ ਉਹਦੇ 'ਚ ਉਹ ਹੋ ਜਾਂਦੀ ਹੈ ਵੀ ਜੇ ਸਾਨੂੰ ਫਸਾਓਗੇ ਤਾਂ ਅਸੀਂ ਇਹਦੇ ਖੁਲਾਸੇ ਕਰਾਂਗੇ। ਸੋ ਇਹ ਇਹਨਾਂ ਦੀ ਮਿਊਚੁਅਲੀ ਆ ਅਫਸਰਾਂ ਦੀ। ਹੁਣ DGP ਸੁਮੇਧ ਸੈਣੀ ਸਿੱਧੇ ਹਾਈ ਕੋਰਟ ਦੇ ਸਿਟਿੰਗ ਜੱਜਾਂ ਨੂੰ ਕੋਰਟ ਰੂਮ 'ਚ ਜਾ ਕੇ ਆਪਣੇ ਬੰਦਿਆਂ ਦਾ ਹੀ ਧਮਕੀਆਂ ਦਿੰਦਾ ਰਿਹਾ, ਤੇ ਜੱਜ ਝਾਂਜੀ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਲਿਖਿਆ ਵੀ ਨਹੀਂ। ਜਦ ਜੱਜ ਦੀ ਹਾਈ ਕੋਰਟ ਦੀ ਸੁਣੀ ਗਈ, ਤੁਸੀਂ ਸੋਚੋ ਵੀ ਆਮ ਬੰਦੇ ਦੀ ਉੱਤੇ ਕੀ ਸੁਣਵਾਈ ਹੋਣੀ ਆ। ਬਿਲਕੁਲ ਜੀ। ਪਿਛਲੇ ਦਿਨੀ ਇੱਕ ਸਾਬਕਾ DGP ਸੁਮੇਧ ਸਿੰਘ ਸੈਣੀ ਨੂੰ ਵੀ ਨਾਮਜ਼ਦ ਕੀਤਾ SIT ਨੇ ਗੋਲੀकांड ਦੇ ਮਾਮਲਿਆਂ 'ਚ। ਇਹਨੂੰ ਕਿੱਦਾਂ ਦੇਖਦੇ ਹੋ? ਕਿ ਕੋਈ ਪੋਲੀਟੀਕਲੀ ਤੌਰ ਤੇ ਕਿ 2022 ਦੀਆਂ ਚੋਣਾਂ ਆ ਰਹੀਆਂ, ਉਸ ਤੋਂ ਪਹਿਲਾਂ ਕੋਈ ਮੈਦਾਨ ਤਿਆਰ ਕੀਤਾ ਜਾ ਰਿਹਾ, ਜਾਂ ਸੱਚਮੁੱਚ ਕੋਈ ਸ਼ਿਕੰਜਾ ਕੱਸਣ ਦੀ ਤਿਆਰੀ ਹੈ, ਸੱਚਮੁੱਚ ਇਨਸਾਫ ਦੇਣ ਦੇ ਵੱਲ ਜਿਹੜਾ ਕਦਮ ਪੁੱਟੇ ਜਾ ਰਹੇ ਨੇ? ਦੇਖੋ, ਜਦੋਂ ਵੀ ਸਟੇਟ ਕੋਈ ਇਹੋ ਜਿਹੇ ਕੇਸ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਦਾ ਬਣਦਾ ਕੁਛ ਨਹੀਂ, ਹੁਣ ਤੁਸੀਂ 84 ਵਾਲੇ ਕੇਸਾਂ ਦਾ ਦੇਖ ਲਓ ਤੇ ਕਿੰਨੇ ਸਾਲ ਹੋ ਗਏ, ਅਜੇ ਤੱਕ ਉਹਨਾਂ ਦਾ ਬਣਿਆ ਕੁਛ ਨਹੀਂ। ਕਈਆਂ ਦੇ ਤਾਂ ਜੇ ਕਹਿ ਰਹੇ ਵੀ ਗਵਾਹ ਜਿੰਦਾ ਸੀ ਜੀ, ਮਰ ਗਿਆ ਜੀ, ਹੁਣ ਉਹਨੂੰ ਦੋਸ਼ੀ ਨਾਮਜ਼ਦ ਹੋ ਗਿਆ। ਜੇ 84 ਦੇ ਕੇਸਾਂ ਦੇ ਹੁਣ ਦੋਸ਼ੀ ਨਾਮਜ਼ਦ ਹੋ ਰਹੇ ਆ ਤਾਂ ਤੁਸੀਂ ਮੰਨ ਕੇ ਚੱਲੋ ਵੀ ਇਹਨਾਂ ਦੇ ਦੋਸ਼ੀ ਨਾਮਜ਼ਦ ਹੋਏ ਜਾਂ ਨਾ ਹੋਏ ਦਾ
ਜਿਹੜਾ ਕੀ ਫਰਕ ਪੈਣਾ। ਸੋ ਪੋਲੀਟੀਕਲ ਗੇਨ ਤਾਂ ਜਿਵੇਂ 84 ਦੇ ਨਸਲਕੁਸ਼ੀ ਦਾ ਅਕਾਲੀ ਦਲ ਲੈਂਦਾ ਹੀ ਰਿਹਾ ਪਿਛਲੇ 30-35 ਸਾਲ, ਤੇ ਹੁਣ ਇਹਨਾਂ ਕੇਸਾਂ ਦਾ ਵੀ ਕੈਪਟਨ ਨੇ ਵੀ ਇਹੀ ਕਹੀ ਵੀ ਬਾਦਲਾਂ ਨੇ ਦੇਖੋ ਜੀ ਇਹ ਕੀਤਾ ਜੀ, ਮੈਂ ਕਰੂੰਗਾ ਜੀ, ਮੈਂ ਆਹ 100 ਖਾਨਾ, ਮੈਂ ਮਹੀਨੇ ਚਾਹ ਕਰ ਦੂੰਗਾ, ਸਾਲ ਚਾਹ ਕਰ ਦੂੰਗਾ। ਸੋ ਖਿੱਚਦੇ ਖਿੱਚਦੇ ਉਹ 22 ਦੇ ਲਾਗੇ ਆ ਗਈਆਂ। ਹੁਣ ਉਹ ਸੈਣੀ ਨੂੰ ਤਾਂ ਵੈਸੇ ਹੀ ਹਾਈ ਕੋਰਟ ਨੇ ਐਂਟੀਸਪੇਟਰੀ ਬੇਲ ਜਿਹੜੀ ਉਹਦੀ ਆ ਵੀ ਕਿਸੇ ਵੀ ਕੇਸ ਦੇ ਵਿੱਚ ਪੰਜਾਬ ਨੇ ਫੜਨਾ ਤੁਹਾਨੂੰ 7 ਦਿਨ ਦਾ ਨੋਟਿਸ ਦਿਓ। ਸੋ ਜਿਹੜੇ ਮੇਨ ਕੇਸ 'ਚ ਉਹਦੀ ਸੁਪਰੀਮ ਕੋਰਟ ਨੇ ਅਰੈਸਟ ਸਟੇ ਕੀਤੀ ਹੈ। ਮੈਨੂੰ ਦੱਸੋ ਤੁਸੀਂ, ਮੈਂ ਵਕੀਲ ਹਾਂ, ਪਿਛਲੇ 15 ਸਾਲਾਂ ਤੋਂ ਪ੍ਰੈਕਟਿਸ ਕਰ ਰਿਹਾ, ਕਿਸੇ 302 ਦੇ ਬੰਦੇ ਨੂੰ ਕੋਈ ਵੀ ਦਿੰਦਾ ਅਰੈਸਟ ਸਟੇ, ਅਗਲੇ ਕਹਿੰਦੇ ਸਰੈਂਡਰ ਕਰ, ਹੀਨੀਅਸ ਕ੍ਰਾਈਮ ਆ, ਮੇਨ ਅਕਿਊਜ਼ਾਂ ਤੋਂ। ਸਾਨੂੰ ਤਾਂ ਕਦੀ 26 ਦੇ ਵਿੱਚ ਦੀ ਸੈਸ਼ਨ ਦੇ ਵਿੱਚ ਜਿਹੜੀ ਜ਼ਮਾਨਤ ਮਿਲਦੀ, ਇਹਨੂੰ 302 ਤੇ ਇੰਨਾ ਯਾਨੀ ਕਿ ਸੀਨੀਅਰ ਅਫਸਰ ਜਿਹਦੀ ਕਾਨੂੰਨ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਆ, ਮੈਂ ਤਾਂ ਕਹਿੰਦਾ ਵੀ ਉਹਦੀ ਡਬਲ ਸਜ਼ਾ ਹੋਣੀ ਚਾਹੀਦੀ ਹੈ। ਹੁਣ ਤਾਂ ਬਿਲਕੁਲ ਹੀ ਲੀਨੀਅਟ ਨਹੀਂ ਮਿਲਣਾ ਚਾਹੀਦਾ ਵੀ ਆਮ ਬੰਦੇ ਨੂੰ ਤਾਂ ਕਾਨੂੰਨ ਦਾ ਪਤਾ ਨਹੀਂ, ਤੂੰ ਤਾਂ ਜਾਣਦਾ, ਤੇਰੀ ਤਾਂ ਜ਼ਿੰਮੇਵਾਰੀ ਸੀ ਕਾਨੂੰਨ ਦੀ ਰਾਖੀ ਕਰਨ ਦੀ। ਸੋ ਇਹ ਡੀਪ ਸਟੇਟ ਦੀਆਂ ਜਿਹੜੀਆਂ ਪਾਲਿਸੀਆਂ ਹੈਗੀਆਂ ਉਹਦੇ ਤਹਿਤ ਹੀ ਉਹਨਾਂ ਨੇ ਕੀਤਾ ਆ। ਅਪਲਾਈਜ਼ ਵੀ ਕਰਦੇ ਆ ਇੱਕ ਅੱਖਾਂ ਪੂੰਝਣ ਦੀ ਖਾਤਰ, ਦੇਖੋ ਜੀ ਆਹ ਕੇਸ ਪੈ ਗਿਆ, ਆਹ ਕੇਸ ਪੈ ਗਿਆ। ਜਿਨ੍ਹਾਂ ਪੀੜਤਾਂ ਨੇ ਸੀਬੀਆਈ ਦੇ ਕੇਸਾਂ ਦੇ ਵਿੱਚ ਪੈਰਵਾਈ ਕਰ ਕਰਕੇ 20-25 ਸਾਲ ਉਹ ਜ਼ਮਾਨਤਾਂ ਤੇ ਰਹੇ, ਪੁਲਿਸ ਵਾਲੇ ਨੌਕਰੀਆਂ ਵੀ ਕਰਦੇ ਰਹੇ, ਪੈਨਸ਼ਨਾਂ ਵੀ ਮਿਲ ਗਈਆਂ। ਜੇ ਉਹਨਾਂ ਨੂੰ ਕਿਸੇ ਨੂੰ ਸਜ਼ਾ ਹੋਈ ਉਮਰ ਕੈਦ ਦੀ, ਤਾਂ ਪੰਜਾਬ ਸਰਕਾਰ ਨੇ 2-2 4-4 ਸਾਲ ਬਾਅਦ ਉਹਦਾ ਰਿਹਾ ਕਰਤੇ, ਉਹਨਾਂ ਦੀਆਂ ਪੈਨਸ਼ਨਾਂ ਦੇ ਬੈਨੀਫਿਟ ਵੀ ਦਿੱਤੇ, ਉਹਨਾਂ ਨੂੰ ਉਹਨਾਂ ਦੇ ਜਵਾਕਾਂ ਨੂੰ ਵੀ ਜਿਹੜਾ ਨੌਕਰੀਆਂ ਦਿੱਤੀਆਂ। ਸੋ ਇਹ ਬੜੀ ਕਾਨੂੰਨੀ ਲੜਾਈ ਤਾਂ ਬਹੁਤ ਔਖੀ ਤੋਂ ਔਖੀ ਜਿਹੜੀ ਹੁੰਦੀ ਜਾਂਦੀ। ਬਾਕੀ ਅੱਖ ਪੂੰਝਾ ਤਾਂ ਜ਼ਰੂਰ ਹੈਗਾ, ਸੈਣੀ ਤੇ ਆਹ ਕੇਸ ਹੋ ਗਿਆ, ਇੰਨੇ ਕੇਸ ਹੋ ਗਏ, ਤੇ ਉਹਦਾ ਰਿਮਾਂਡ ਤਾਂ 1 ਦਿਨ ਦਾ ਵੀ ਨਹੀਂ ਹੋਇਆ ਅਜੇ ਉਹਨੂੰ ਰਿਮਾਂਡ ਹੋਵੇ, ਉਹਨੂੰ ਪਤਾ ਲੱਗੇ ਕਿਵੇਂ ਉਹ ਰਿਮਾਂਡ ਲੈਂਦਾ ਸੀ, ਮਜ਼ੇ ਲੈ ਕੇ ਤੇ ਸਿਗਰਟਾਂ ਆਪਣੀਆਂ ਜਿਹੜੀਆਂ ਨੌਜਵਾਨਾਂ ਦੀ ਚਮੜੀ ਦੇ ਵਿੱਚ ਖੋਬਦਾ ਸੀਗਾ, ਉਹਦੇ 4 ਪਟੇ ਹੀ ਫਿਰ ਨਾ ਪਤਾ ਲੱਗੇ ਉਹਨੂੰ ਵੀ ਪੁਲਿਸ ਰਿਮਾਂਡ ਕਿੱਦਾਂ ਤੂੰ ਲੈਂਦਾ ਸੀ, ਤੇ ਹੁਣ ਤੇਰੇ ਕਿਵੇਂ ਤੈਨੂੰ ਨੰਗਿਆਂ ਕਰਕੇ ਤੇ ਪਟਾ ਕਿਉਂ ਨਾ ਫੇਰਿਆ ਜਾਵੇ, ਫਿਰ ਤੂੰ ਬੋਲੇ ਵੀ ਕਿੱਥੇ ਡਿਸਪੋਜ਼ ਆਫ ਕੀਤੀ ਬਲਵੰਤ ਸਿੰਘ ਮਲਤਾਨੀ ਤੇ ਸੈਂਕੜਿਆਂ ਨੌਜਵਾਨਾਂ ਦੀਆਂ ਲਾਸ਼ਾਂ, ਜਿਹੜੀ ਉਹ ਆਪਣੀਆਂ ਮਹਿਫਲਾਂ ਦੇ ਵਿੱਚ ਜ਼ਿੰਮੇਵਾਰੀ ਨਾਲ ਸ਼ਰਾਬ ਪੀ ਕੇ ਕਹਿੰਦਾ ਵੀ ਮੈਂ ਸੈਂਕੜੇ ਖਪਾਤੇ, ਮੇਰਾ ਕਿਸੇ ਨੇ ਕੀ ਕੀਤਾ। ਸੋ ਇਹ ਦੋਹਰੇ ਮਾਪਦੰਡ ਹੈਗੇ, ਸਟੇਟ ਦੇ, ਜੁਡੀਸ਼ਰੀ ਦੇ, ਕਾਨੂੰਨ ਦੇ ਹੈਗੇ ਆ, ਜਿਹਦੇ ਰੋਸ ਵਜੋਂ ਹੀ ਫਿਰ ਜਿਹੜੇ ਆ ਉਹ ਸ਼ਾਂਤੀ ਨਹੀਂ ਰਹਿੰਦੀ, ਲੋਕਾਂ ਦੇ ਮਨਾਂ 'ਚ ਰੋਸ ਆਉਂਦਾ ਜੀ। ਕੀ ਲੱਗਦਾ ਅਗਲੇ ਸਮੇਂ ਦੇ ਵਿੱਚ, ਕਿਹਾ ਜਾਂਦਾ ਕਿ ਪਿੱਛੇ ਜੇ ਸਮਨ ਵੀ ਕੀਤਾ, ਕਹਿੰਦੇ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਗਏ ਸੀ ਹਰਿਆਣੇ ਦੇ ਵਿੱਚ, ਤੇ ਉੱਥੇ ਪੁੱਛਗਿੱਛ ਹੋਣ ਨਹੀਂ ਦਿੱਤੀ ਗਈ, ਤੇ ਹੁਣ ਅਗਲੇ ਸਮੇਂ 'ਚ ਰਾਮ ਰਹੀਮ ਨੂੰ ਲਿਆ ਕੇ ਪੰਜਾਬ 'ਚ ਕੋਈ ਪੁੱਛਗਿੱਛ ਹੋ ਸਕਦੀ ਹੈ, ਜਾਂ ਉਹ ਸੇਫ ਹੈ? ਜੇ ਰਾਮ ਰਹੀਮ ਪੰਜਾਬ ਵਿੱਚ ਆਉਂਦਾ ਹੈ ਤਾਂ ਉਹ ਸੇਫ ਰਹਿ ਸਕਦਾ ਹੈ ਇਸ ਤਰੀਕੇ ਦੇ ਨਾਲ, ਕਿਉਂਕਿ ਪੰਜਾਬ ਦੇ ਵਿੱਚ ਵੀ ਉਹਦੇ ਪੈਰੋਕਾਰ ਵੀ ਬਹੁਤ ਨੇ, ਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਉਹ ਸੇਫ ਰਹਿ ਸਕਦਾ ਉਸ ਥਾਂ ਤੇ? ਦੇਖੋ, ਉਹਦੀ ਸੇਫਟੀ ਤੇ ਸਿਕਿਉਰਿਟੀ ਜ਼ਿੰਮੇਵਾਰੀ ਤਾਂ ਸਟੇਟ ਦੀ ਹੈ ਨਾ, ਸਿੱਖ ਥੋੜ੍ਹਾ ਜ਼ਿੰਮੇਵਾਰੀ ਲੈਣਗੇ ਵੀ ਇਹ ਸੇਫ ਰਹੂਗਾ। ਬਿਲਕੁਲ, ਵੀ ਉਹ ਸੇਫ ਰਹੂਗਾ। ਸੋ ਉਹ ਇੱਕ ਕਾਤਲ ਤੇ ਜ਼ੁਲਮੀ ਬੰਦਾ ਹੈਗਾ, ਉਹਨੂੰ ਬਾਕੀਆਂ ਨੇ ਜਿਵੇਂ ਬਿਹੇਵ ਕਰਦੇ ਹੋ ਉਸੇ ਤਰ੍ਹਾਂ ਉਹਦੇ ਨਾਲ ਵੀ ਕਰੋ, ਉਹਨੂੰ ਲਿਆਓ, ਰਿਮਾਂਡ ਤੇ ਤਾਂ ਲਾਓ ਨਾ। ਅੱਜ ਤੱਕ ਤੁਸੀਂ ਰਾਮ ਰਹੀਮ ਦੇ ਉੱਤੇ ਉਹਨੂੰ ਕਤਲ ਦੇ ਕੇਸਾਂ ਦੇ ਵਿੱਚ, ਰੇਪ ਦੇ ਕੇਸਾਂ ਸਜ਼ਾ ਹੋ ਗਈਆਂ, ਪਰ ਉਹਦਾ ਰਿਮਾਂਡ ਤਾਂ 1 ਦਿਨ ਵੀ ਨਹੀਂ ਰਿਹਾ। ਜਿਹੜਾ ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹ ਦਾ ਸਵਾਂਗ ਰਚਨ ਦਾ ਕੇਸ ਸੀਗਾ, ਉਹਦੇ 'ਚ ਤਾਂ ਉਹਨੂੰ ਆਮ ਬੰਦੇ ਨੂੰ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਪੁਲਿਸ ਕੋਰਟ ਹਦਾਇਤ ਕਰਦੀ ਆ, ਤਾਂ ਪੁਲਿਸ ਨਹੀਂ ਕਿਸੇ ਦੇ ਘਰੇ ਜਾਂਦੀ ਵੀ ਹਾਂਜੀ ਆ ਗਏ ਆ ਜੀ ਅਸੀਂ, ਹੈਗਾ ਜੀ ਟਾਈਮ ਇਨਵੈਸਟੀਗੇਸ਼ਨ ਜੁਆਇਨ ਕਰ ਲਈਏ। ਉਹਨੂੰ ਤਾਂ ਜਵਾਈਆਂ ਵਾਂਗੂ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਦੇ ਐਸਐਸਪੀ ਤੇ ਡੀਆਈਜੀ ਡੇਰੇ 'ਚ ਕਰਾਉਂਦੇ ਰਹੇ। ਸੋ ਜਾਂ ਤਾਂ ਸਾਰਿਆਂ ਦੇ ਘਰਾਂ 'ਚ ਪੁਲਿਸ ਜਾਇਆ ਕਰੇ ਵੀ ਅਸੀਂ ਆਏ ਆ ਜੀ, ਤੁਹਾਡੀ ਇਨਵੈਸਟੀਗੇਸ਼ਨ ਜੁਆਇਨ ਕਰ ਲਓ ਜੇ ਟਾਈਮ ਹੈਗਾ ਤਾਂ। ਇਹਨੂੰ ਤਾਂ ਇਦਾਂ ਕਰਦੇ ਰਹੇ, 12 ਵਾਰ ਪੁਲਿਸ ਸਰਸੇ ਡੇਰੇ ਗਈ, ਉਹਦੇ 'ਚੋਂ 6 ਵਾਰ ਉਹਨੇ ਵਾਪਸ ਮੋੜਤਾ ਜੀ ਮੇਰੇ ਕੋਲ ਟਾਈਮ ਹੈ ਨਹੀਂ, ਕੱਲ ਨੂੰ ਆਇਓ। ਸੋ ਇਹ ਤਾਂ ਔਕਾਤ ਆ, ਯਾਨੀ ਕਿ ਕਹਿ ਸਕਦੇ ਕਾਨੂੰਨ ਦੇ ਰਖਵਾਲਿਆਂ। ਆਮ ਬੰਦੇ ਨੂੰ ਤਾਂ ਥੱਪੜ ਮਾਰ ਮਾਰ ਕੇ ਥਾਣੇ ਘੜੀਸ ਕੇ ਲਿਆਉਂਦੇ ਆ। ਸੋ ਇਹ ਆ ਵੀ ਉਹਦੀ ਫੋਲੋਇੰਗ ਆ, ਇਹਦੀ ਆ ਜੇ ਫੋਲੋਇੰਗ ਜ਼ਿਆਦੇ ਆ ਤਾਂ ਫਿਰ ਉਹ ਜੋ ਮਰਜ਼ੀ ਜੁਰਮ ਕਰੀ ਜਾਵੇ ਤਾਂ ਠੀਕ ਹੈ, ਫਿਰ ਜੰਗਲ ਰਾਜ ਹੀ ਹੋਇਆ ਨਾ, ਫਿਰ ਕਾਨੂੰਨ ਦਾ ਰਾਜ ਤਾਂ ਹੋਇਆ ਨਾ ਵੀ ਉਹਦੀ ਫੋਲੋਇੰਗ, ਇਸ ਕਰਕੇ ਉਹਨੂੰ ਰਿਮਾਂਡ ਤੇ ਨਹੀਂ ਲਿਆ ਜਾ ਸਕਦਾ। ਜੇ ਫੋਲੋਇੰਗ ਆਉਂਦੀ, ਉਹਨਾਂ ਨੂੰ ਹਦਾਇਤ ਕਰੋ, 144 ਲਾਓ ਤੇ ਉਹ ਕਾਰਵਾਈ ਕਰੋ। ਜੇ ਕੋ ਉੱਥੇ ਭੀੜ ਪਾਉਂਦੇ ਆ, ਫਿਰ ਕਾਨੂੰਨ ਕਾਹਦੇ ਲਈ ਬਣਿਆ ਹੋਇਆ? ਕੀ ਕਾਨੂੰਨ ਜਦੋਂ ਸਿੱਖ ਕੋਈ ਆਪਣਾ ਰੋਸ ਦਰਜ ਕਰਦਾ ਉੱਥੇ ਹੀ ਗੋਲੀਆਂ ਚਲਾਉਣ ਨੂੰ ਆ? ਜਦੋਂ ਹਦਾਇਤ ਕਰੋ ਵੀ ਉਹਨੂੰ ਅਸੀਂ ਪੁੱਛਗਿੱਛ ਕਰਨੀ ਆ, ਇੰਟੈਰੋਗੇਸ਼ਨ ਕਰਨੀ, ਰਿਮਾਂਡ ਤੇ ਲਾਓ, ਸੀਆਈਏ ਰੱਖੋ ਉਹਨੂੰ ਤਾਂ ਅਜੇ ਤੱਕ ਪੁੱਛਗਿੱਛ ਕਰਨ ਉਹਨਾਂ ਨੇ ਜਾਣ ਨਹੀਂ ਦਿੱਤਾ। ਕਿਉਂ ਨਹੀਂ ਜਾਣ ਦਿੱਤਾ? ਤੁਸੀਂ ਕੋਰਟ ਦਾ ਆਰਡਰ ਆ ਫੋਲੋ ਕਰਾਉਣਾ, ਹਦਾਇਤ ਕਰਾਓ, ਉੱਥੇ ਡੀਜੀਪੀ ਉੱਥੇ ਇੱਕ ਬਟਾਲੀਅਨ ਲਾਓ, ਉਹਨੂੰ ਰਿਮਾਂਡ ਤੇ ਲਾਓ। ਉਹਦੇ 'ਚ ਕਿਹੜੀ? ਹੁਣ ਪੰਚਕੂਲਾ ਦੇ ਵਿੱਚ ਜਸਟਿਸ ਸਾਰੋ ਨੇ ਸਾਰਾ ਯਾਨੀ ਕਿ ਉੱਥੋਂ ਕੀਤਾ ਹਾਈ ਕੋਰਟ ਤੋਂ,
ਤੇ ਉਹਨਾਂ ਨੇ ਸਾਰਾ ਕੁਝ ਜਾਨੀ ਕਿ ਉਹ ਹੋਇਆ। ਚਲੋ ਪ੍ਰੇਮੀ ਜਿਹੜੇ ਸੀ ਉਹਨਾਂ ਨੇ ਹੜਦੰਗ ਮਚਾਇਆ, ਉਹਨਾਂ ਦੇ ਮੁੜ ਕੇ ਹਰਿਆਣੇ ਨੇ ਕੇਸ ਵੀ ਉਹਨਾਂ ਦੇ ਖਾਰਜ ਕਰਾਤੇ, ਜ਼ਮਾਨਤਾਂ ਦਵਾਈਆਂ ਉਹਨਾਂ ਨੂੰ। ਸੋ ਜਦੋਂ ਸਟੇਟ ਕਾਨੂੰਨ ਦੇ ਰਖਵਾਲੇ ਰਲ ਜਾਂਦੇ ਉਦੋਂ ਫਿਰ ਇਨਸਾਫ ਮਿਲਣਾ ਔਖਾ ਹੋ ਜਾਂਦਾ। ਜੇ ਤੁਸੀਂ ਇੱਕ ਪਾਸੇ ਤਾਂ ਨਿੱਕੇ ਨਿੱਕੇ ਕੇਸਾਂ ਵਾਲੇ ਬੰਦਿਆਂ ਨੂੰ ਜਿਹੜਾ 10-10 15-15 ਦਿਨ ਰਿਮਾਂਡ ਤੇ ਰੱਖਦੇ ਹੋ ਦੇਸ਼ ਦੀ ਏਕਤਾ ਅਖੰਡਤਾ ਦੇ ਨਾਂ ਦੇ ਉੱਤੇ, ਤੇ ਜਿਹੜੇ ਬੰਦੇ ਅਸਲ ਇੱਥੇ ਸਮਾਜ ਤੋੜਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਤੁਸੀਂ ਜਵਾਈਆਂ ਭਾਈਆਂ ਵਾਂਗੂ ਰੱਖਦੇ ਹੋ, ਫਿਰ ਲੋਕਾਂ ਦੇ ਵਿੱਚ ਤਾਂ ਰੋਸ ਆਉਣਾ ਸੁਭਾਵਿਕ ਹੀ ਹੈ ਜੀ। ਇਹ ਸਭ ਦੇ ਵਿਚਾਲੇ ਅਕਾਲੀ ਦਲ ਨੂੰ ਕਿੱਦਾਂ ਦੇਖਦੇ ਹੋ? ਇਹਨਾਂ 5 ਸਾਲਾਂ ਦੇ ਵਿੱਚ ਅਕਾਲੀ ਦਲ ਨੂੰ ਬੜੀ ਵੱਡੀ ਢਾਹ ਲੱਗੀ, ਕਿਉਂਕਿ ਜੋ ਮਸਲੇ ਹੋਏ ਸੀ ਉਹਨਾਂ ਦਾ ਹੱਲ ਨਹੀਂ ਨਿਕਲਿਆ। ਅਕਾਲੀ ਦਲ ਬਾਦਲ ਪਰਿਵਾਰ ਜਿਹੜਾ ਉਹ ਲਗਾਤਾਰ ਹੀ ਕਹਿੰਦਾ ਆ ਰਿਹਾ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਕੱਖ ਨਾ ਰਹੇ, ਪਰ ਹੁਣ ਜਿਹੜੇ ਉਹ ਹਾਲਾਤ 5 ਸਾਲਾਂ ਦੇ ਵਿੱਚ ਕੋਈ ਬਹੁਤੇ ਬਦਲੇ ਨਹੀਂ। ਅਕਾਲੀ ਦਲ ਲਈ ਤਾਂ ਮੁਸੀਬਤਾਂ ਹੀ ਮੁਸੀਬਤਾਂ ਨੇ। ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਅਕਾਲੀ ਦਲ ਤੇ ਬਾਦਲ ਪਰਿਵਾਰ ਤੋਂ ਡਿਫਰੈਂਟ ਚੀਜ਼ਾਂ ਹੈਗੀਆਂ। ਬਾਦਲ ਪਰਿਵਾਰ ਅਕਾਲੀ ਦਲ ਨੂੰ ਨਾਲ ਜਿਹੜਾ ਉਹ ਕਰ ਰਿਹਾ, ਸੋ ਉਹਨਾਂ ਦਾ ਤਾਂ ਬੇੜਾ ਗਰਕ ਹੋਣਾ ਹੀ, ਉਹਨਾਂ ਨੇ ਅਕਾਲੀ ਦਲ ਦਾ ਵੀ ਬੇੜਾ ਗਰਕ ਕਰ ਦੇਣਾ। ਸੋ ਅਕਾਲੀ ਦਲ ਸ਼ਹੀਦਾਂ ਦੀ, ਸਾਡੇ ਬਜ਼ੁਰਗਾਂ ਨੇ ਲੰਬੀਆਂ ਜੇਲ੍ਹਾਂ ਮੁਲਤਾਨ ਦੀਆਂ, ਗੁਜਰਾਤ ਦੀਆਂ ਤੇ ਪੰਜਾਬੀ ਸੂਬੇ ਮੋਰਚੇ ਦੇ ਵਿੱਚ ਜੇਲ੍ਹਾਂ ਕੱਟ ਕੇ, ਤੇ ਅਕਾਲੀ ਦਲ ਉਹਨਾਂ ਦੀ ਜਥੇਬੰਦੀ ਹੈ। ਇੱਕ ਪਰਿਵਾਰ ਜਿਹੜਾ ਸੱਤਾ ਦਾ ਭੁੱਖਾ ਹੈਗਾ, ਜਿਹੜਾ ਆਪਣਾ ਕਾਰੋਬਾਰ ਚਲਾਉਣ ਦੇ ਵਾਸਤੇ ਦੀ ਜਾਂ ਸਿੱਖ ਸੰਸਥਾਵਾਂ ਦੀ, ਅਕਾਲ ਤਖਤ ਦੀ, ਸ਼੍ਰੋਮਣੀ ਕਮੇਟੀ ਦੀ ਵਰਤੋਂ ਕਰਦਾ, ਸੋ ਆਪਣੇ ਹਿੱਤਾਂ ਨੂੰ ਬਚਾਉਣ ਦੀ ਖਾਤਰ ਉਹ ਅਕਾਲੀ ਦਲ ਦੀ ਬਲੀ ਦੇ ਰਹੇ ਆ। ਸਾਡੇ ਮਨ 'ਚ ਬੜਾ ਰੋਸ ਹੁੰਦਾ ਵੀ ਅਕਾਲੀ ਦਲ, ਕਿਉਂਕਿ ਸੈਂਟਰ ਗਵਰਨਮੈਂਟ ਨੂੰ ਭਾਵੇਂ ਉਹ ਬੀਜੇਪੀ ਸੀ, ਕਾਂਗਰਸ ਸੀ, ਸਿਰਫ ਅਕਾਲੀ ਦਲ ਹੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਉਹਨਾਂ ਨੂੰ ਜਿਹੜਾ ਚੈਲੰਜ ਹੈਗਾ ਇੱਕ। ਪਰ ਕਿਉਂਕਿ ਇਹ ਅਕਾਲੀ ਦਲ ਬਾਦਲ ਪਰਿਵਾਰ ਮੇਨ ਜਿਹੜਾ ਦਲ ਹੈਗਾ ਬਾਦਲ ਪਰਿਵਾਰ ਦੇ ਥੱਲੇ ਆ, ਬਾਦਲ ਪਰਿਵਾਰ ਆਪਣੇ ਹਿੱਤਾਂ ਦੀ ਖਾਤਰ ਅਕਾਲੀ ਦਲ ਨੂੰ ਕੁਰਬਾਨ ਜਿਹੜਾ ਕਰਦਾ ਹੋਇਆ ਨਜ਼ਰ ਆਉਂਦਾ। ਸੋ ਅਕਾਲੀ ਦਲ ਦਾ ਤਾਂ ਇਹਨਾਂ ਨੇ ਤਾਂ ਪਤਾ ਨਹੀਂ ਕੀ ਕਰਨਾ ਹੁਣ। ਇਹਨਾਂ ਨੇ ਆਪਣੇ ਹਿੱਤਾਂ ਨੂੰ ਬਚਾਉਣ ਲਈ ਪਹਿਲਾਂ 2 ਮਹੀਨੇ ਸਪੋਰਟ ਕਰਦੇ ਰਹੇ ਕਿਸਾਨ ਬਿੱਲਾਂ ਦੀ, ਤਿੰਨੇ ਹੀ, ਤੇ ਹੁਣ ਵਿਰੋਧ ਕਰੀ ਜਾਂਦੇ ਆ, ਵਿੱਚ ਵਾਸਤਾ ਪਾਈ ਜਾਂਦਾ ਵੱਡਾ ਬਾਦਲ ਵੀ ਨਹੀਂ ਬੀਜੇਪੀ ਨਾਲੋਂ ਗੱਠ ਦਿਓ, ਨਾ ਤੋੜਿਓ। ਉਹ ਕਹਿੰਦੀ, ਕਦੀ ਕਹਿੰਦੀ ਆ ਵੀ ਮੈਂ ਕਿਸਾਨਾਂ ਦੇ ਹਿੱਤਾਂ ਨੂੰ ਕਰਦੀ, ਫਿਰ ਕਹਿੰਦੀ ਮੈਂ ਨਹੀਂ ਵਿਰੋਧ ਕਰਦੀ, ਕਿਸਾਨ ਕਰਦੇ ਆ ਇਸ ਕਰਕੇ ਮੈਨੂੰ ਕਰਨਾ ਪੈਂਦਾ। ਸੋ ਵੋਟ ਰਾਜਨੀਤੀ ਤੇ ਸੱਤਾ ਦੀ ਭੁੱਖ ਆ, ਉਹ ਫਿਰ ਹੋ ਜਾਂਦਾ ਵੀ ਤਪੋ ਰਾਜ ਤੇ ਰਾਜੋ ਨਰਕ। ਬਾਦਲ ਪਰਿਵਾਰ ਨਾਲ ਵੀ ਇਹੀ ਹੋਣਾ। ਬਿਲਕੁਲ। ਮਾਨਜਪੁਰ ਸਾਹਿਬ, ਬੇਅਦਬੀਆਂ ਤਾਂ ਫਿਰ ਵੀ ਰੁਕੀਆਂ ਨਹੀਂ, ਬੇਅਦਬੀਆਂ ਤਾਂ ਉਵੇਂ ਜਿਵੇਂ ਹੋ ਰਹੀਆਂ, ਜਿਵੇਂ ਆਪਾਂ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਗੱਲ ਕੀਤੀ ਕਿ ਉੱਥੇ ਵੀ ਬੇਅਦਬੀ ਹੋਈ ਹੈ, ਇਹ ਲਗਾਤਾਰ ਹੁੰਦੀਆਂ ਜਾ ਰਹੀਆਂ। ਇਹਨਾਂ ਤੇ ਰੋਕ ਕਿੱਦਾਂ ਲੱਗ ਸਕਦੀ ਹੈ? ਕਿਉਂ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਸਾਹਿਬ ਜਾਂ ਸਿੱਖ ਜਿਹੜੇ ਸਾਡੇ ਆਗੂ ਨੇ, ਵੱਡੇ ਸਿੱਖ ਲੀਡਰ ਨੇ, ਉਹ ਕਿਉਂ ਨਹੀਂ ਇਹਦੇ ਉੱਤੇ ਇੱਕ ਗੰਭੀਰਤਾ ਨਾਲ ਧਿਆਨ ਦਿੰਦੇ ਕਿ ਕਿਸ ਤਰ੍ਹਾਂ ਗੁਰਦੁਆਰਿਆਂ ਨੂੰ ਜਿਹੜਾ ਉਹ ਬਚਾਅ ਦੇ ਤੌਰ ਤੇ ਦੇਖਿਆ ਜਾਵੇ ਕਿ ਕਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਬਚਾ ਸਕਦੇ ਹਾਂ? ਦੇਖੋ, ਇਹਦੇ 'ਚ ਇਹ ਹੈਗੀ ਆ ਵੀ ਇੱਕ ਤਾਂ ਕੁਝ ਇੰਟਰਨਲ ਹੈਗੀਆਂ ਸਾਡੀਆਂ ਵੀ ਅੰਦਰੋਂ ਅਸੀਂ ਕਿਵੇਂ ਸਿਕਿਉਰ ਕਰਨਾ ਹੈਗਾ, ਹਨਾ। ਉਹਦੇ 'ਚ ਹੈਗਾ ਵੀ ਜਿਹੜਾ ਗੁਰਦੁਆਰੇ 5-5 7-7 ਤੇ ਉੱਥੇ ਸਿਰਫ ਆਪਣੀ ਚੌਧਰ ਚਮਕਾਉਣ ਨੂੰ ਗੁਰਦੁਆਰੇ ਬਣੇ ਹੋਏ, ਉੱਥੇ ਜਾਂਦਾ ਕੋਈ ਨਹੀਂ, ਉੱਥੇ ਸਿਕਿਉਰਿਟੀ ਸਿਸਟਮ ਹੈ ਨਹੀਂਗਾ। ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਜਿਹੜੀ ਛਪਾਈ ਦਾ ਹੈਗਾ ਕੰਮ, ਉਹ ਬੇਹਤਾਸ਼ਾ ਜਿਹੜੀ ਛਪਾਈ ਹੋ ਗਈ ਹੈ। ਜਿਹੜਾ ਆਉਂਦਾ ਆਪਣੀ ਮਰਜ਼ੀ ਨਾਲ, ਜੇ ਕੋਈ ਨਹੀਂ ਉਹ ਮਰਿਆਦਾ ਦੀ ਪਾਲਣਾ ਕਰਨ ਵਾਲਾ ਤਾਂ ਉੱਤੋਂ ਫੋਨ ਕਰਾ ਕੇ, ਜਿਵੇਂ ਆ ਹੁਣ ਸਰੂਪਾਂ ਦਾ ਗੱਲ ਹੈਗੀ ਆ ਵੀ ਕਿੱਥੇ ਗਏ ਸਰੂਪ, ਉਹ ਉਤੋਂ ਫੋਨ ਕਰਤਾ ਵੀ ਹਾਂਜੀ ਸਰੂਪ ਦੇ ਦਿਓ, ਹਾਂਜੀ ਉਹ ਪ੍ਰਧਾਨ ਜੀ ਦਾ ਆ ਗਿਆ ਜੀ, ਦੇ ਦਿਓ ਸਰੂਪ, ਕੋਈ ਗੱਲ ਨਹੀਂ। ਸੋ ਇਸ ਇੱਕ ਤਾਂ ਹੈਗੀ ਇੰਟਰਨਲ, ਅਸੀਂ ਕਿਵੇਂ ਕੰਟਰੋਲ ਕਰਨਾ ਹੈਗਾ। ਗੁਰਦੁਆਰਿਆਂ ਦੀ ਸਿਕਿਉਰਿਟੀ ਦਾ ਹੋਵੇ, ਉੱਥੇ ਜਿਹੜੇ ਭਾਈ ਸਾਹਿਬ ਹੋਣ ਉਹ 24 ਘੰਟੇ ਹਾਜ਼ਰ ਹੋਣ, ਸਿਕਿਉਰਿਟੀ ਗਾਰਡ ਇੱਕ ਹੋਵੇ, CCTV ਕੈਮਰੇ ਲੱਗੇ ਹੋਣ। ਦੂਜਾ ਹੈਗਾ ਵੀ ਜਿਹੜੇ ਇਹ ਹੁਣ ਇਹ ਗੱਲਾਂ ਅੱਜ ਤੋਂ 20 ਸਾਲ ਪਹਿਲਾਂ ਤਾਂ ਕੋਈ ਨਹੀਂ ਸੀ, ਗੁਰਦੁਆਰਿਆਂ ਨੂੰ ਤਾਲਾ ਵੀ ਈਵਨ ਨਹੀਂ ਹੁੰਦਾ ਸੀ, ਕੁੰਡੀ ਹੁੰਦੇ ਸੀ, ਗੋਲਕਾਂ ਵੀ ਏਦਾਂ ਵੱਡੀਆਂ ਮੋਟੀਆਂ ਨਹੀਂ ਹੁੰਦੀਆਂ ਸੀ ਤਾਲੇ ਵਾਲੀਆਂ, ਸਾਹਮਣੇ ਪਏ ਹੁੰਦੇ ਮਹਾਰਾਜ ਦੇ ਸਾਰੀ ਮਾਇਆ, ਕੋਈ ਨਹੀਂ ਚੁੱਕਦਾ ਹੁੰਦਾ। ਸੋ ਇੱਕ ਸਮਾਜ ਦੀ ਹੈਗੀ ਆ ਵੀ ਸਮਾਜ ਕਿਹੋ ਜਿਹਾ ਜਿਹੜਾ ਉਹਦੇ ਵਿੱਚ ਉਹਦੀ ਬਿਲਤੀ ਹੁੰਦੀ ਹੈ। ਤੀਜਾ ਜਿਹੜਾ ਖਾਲਸਾ ਪੰਥ ਦੇ ਨਜ਼ਰ ਤੋਂ ਹੈਗਾ, ਤਾਂ ਜਿਹੜਾ ਭਾਵੇਂ ਮੈਂ ਮੌਜੂਦਾ ਸਿਸਟਮ ਦੇ ਕਾਨੂੰਨ ਦਾ ਵਿਦਿਆਰਥੀ ਹਾਂ, ਇਹ ਨਹੀਂ ਸਜ਼ਾ ਦੇ ਸਕਦਾ। ਇਹ ਮੌਕੇ ਤੇ ਜਿਹੜਾ ਫੜ ਗਿਆ ਉਹਨੂੰ ਝਟਕਾ ਦਿਓ, ਮੇਰਾ ਯਾਨੀ ਕਿ ਸਿੱਧਾ ਇਹੀ ਆ, ਉਹਨੂੰ ਮਾਫੀ ਕੋਈ ਨਹੀਂ। ਉਹਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ, ਘੱਟੋ ਘੱਟ ਸਿੱਖਾਂ ਨੂੰ ਜਾਂ ਅਕਾਲ ਤਖਤ ਦੇ ਜਥੇਦਾਰਾਂ ਨੂੰ, ਜਿੰਨੇ ਵੀ ਧੜਿਆਂ ਦੇ ਜਥੇਦਾਰ ਆ, ਉਹ ਸਾਰਿਆਂ ਨੂੰ ਇੱਕਮਤ ਹੋਣਾ ਚਾਹੀਦਾ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹ ਧਰਤੀ ਦੇ ਉੱਤੇ ਬੋਝ ਆ, ਉਹ ਧਰਤੀ ਦੇ ਉੱਤੇ ਰਹਿਣਾ ਨਹੀਂ ਚਾਹੀਦਾ। ਐਵੇਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਓ, ਪੁਲਿਸ ਵਾਲੇ ਫਿਰ ਐਵੇਂ ਅਸੀਂ ਰਿਮਾਂਡ ਲੈ ਲਿਆ ਜੀ, ਅਸੀਂ ਆਹ ਐਕਟ ਲਾਤਾ ਜੀ, ਉਹ ਐਕਟ ਲਾਤਾ ਜੀ। ਸੋ ਉਹ ਬੰਦਾ ਕਿਤੇ ਨਾ ਕਿਤੇ ਕਾਨੂੰਨ ਹੱਥਾਂ ਵਿੱਚ ਲੈਣ ਵਾਲਾ ਕੰਮ ਹੋ ਦੇਖੋ, ਜਾਂਦਾ ਨਾ। ਕਦੋਂ ਕੋਈ ਬੇਅਦਬੀ ਕਰ ਰਿਹਾ ਉਹਨੂੰ ਕਾਨੂੰਨ ਦੇ ਮੁਤਾਬਕ ਨਜਿੱਠਿਆ ਜਾਵੇ। ਕਾਨੂੰਨ ਤੇ ਇਹ ਖਾਲਸਾ ਹੀ ਕਾਨੂੰਨ ਇਹੀ ਆ ਜੀ। ਫਿਰ ਇਹੀ ਡਿਫਰੈਂਸ਼ੀਏਟ ਆ ਦਿੱਲੀ ਦੇ ਕਾਨੂੰਨ ਤੇ ਖਾਲਸੇ ਦੇ ਕਾਨੂੰਨ ਦੇ ਮੁਤਾਬਕ। ਜਾਂ ਤਾਂ ਦਿੱਲੀ ਦਾ ਕਾਨੂੰਨ ਉਸ ਤਰ੍ਹਾਂ ਹੋਵੇ ਜਿਹੜਾ ਸਾਡੀਆਂ ਭਾਵਨਾਵਾਂ ਦੀ ਪੂਰਤੀ ਕਰਦਾ ਹੋਵੇ, ਤੇ ਇਹ ਕਾਨੂੰਨ ਸਾਡੀਆਂ ਭਾਵਨਾਵਾਂ ਦੀ ਪੂਰਤੀ ਨਹੀਂ ਕਰਦਾ। ਜਿੱਥੇ ਸਿੱਖ ਗੁਰੂ ਦੇ ਨਾਲ ਜੁੜਿਆ ਹੋਇਆ, ਉਹਦੀ ਹੁਣ ਤੁਸੀਂ ਕਹੋ ਵੀ
ਕਾਨੂੰਨ ਮੁਤਾਬਕ ਹੋਵੇ। ਸਮੇਤ ਸੈਣੀ ਦਾ ਕਾਨੂੰਨ ਮੁਤਾਬਕ ਬਲਵੰਤ ਮਲਤਾਨੀ ਦੇ ਉੱਤੇ ਕੇਸ ਨਹੀਂ ਚਲਾਇਆ। ਜੇ ਜਿਹੜੀ ਰਾਖੇ ਨੇ ਉਹੀ ਅਦਾਲਤਾਂ ਨੇ ਤਾਂ 84 ਦੇ ਕਤਲੇਆਮਾਂ ਨੂੰ ਕਾਨੂੰਨ ਦੇ ਮੁਤਾਬਕ 36 ਸਾਲਾਂ ਬਾਅਦ ਸਜ਼ਾਵਾਂ ਨਹੀਂ ਦਿੱਤੀਆਂ, ਉਹ ਤਾਂ ਛੁੱਟ ਗਏ। ਫਿਰ ਵੀ ਜੇ ਕਾਨੂੰਨ ਇੰਨਾ ਹੀ ਤਕੜਾ ਤਾਂ ਸਾਹਿਬ ਇੱਥੇ ਲੋਕ ਸਵਾਲ ਇਹ ਚੁੱਕਦੇ ਨੇ ਨਾ ਕਿ ਕਾਨੂੰਨ ਦੇ ਮੁਤਾਬਕ ਉਹਨਾਂ ਲੋਕਾਂ ਤੇ ਕਾਰਵਾਈ ਕਿਉਂ ਕਹਿ ਰਿਹਾ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਉਹ ਤੁਹਾਡੇ ਸਾਹਮਣੇ ਗਾਇਬ ਹੋ ਗਏ, ਸਰੂਪਾਂ ਦੀ ਛਪਾਈ ਤੁਹਾਡੇ ਸਾਹਮਣੇ ਦੇ ਕਿਹਨੂੰ ਦਿੱਤੇ, ਬੇਅਦਬੀ ਹੋ ਗਈ, ਉਹਨਾਂ ਤੇ ਕਿਉਂ ਨਹੀਂ ਕਰਦੇ? ਦੇਖੋ ਜਿਹੜੀ ਅੰਦਰੂਨੀ, ਮੈਂ ਇਸੇ ਤਰ੍ਹਾਂ ਕਿਹਾ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਸਾਡਾ ਅੰਦਰੂਨੀ ਹੈਗਾ, ਗੁਰੂ ਖਾਲਸਾ ਬੰਦਾ ਅੰਦਰੂਨੀ ਆ ਵੀ ਹਾਂ ਛਪਾਈ ਬੰਦ ਹੋਣੀ ਚਾਹੀਦੀ ਹੈ, ਜਿੰਨੇ ਸਰੂਪ ਹੈਗੇ ਉਹਨਾਂ ਦੀ ਪੂਰਾ ਉਹਨਾਂ ਦੇ ਉਹਦਾ ਆਧੁਨਿਕ ਤਰੀਕੇ ਨਾਲ ਵੀ ਕਿਹੜਾ ਸਰੂਪ ਕਿੱਥੇ ਹੈਗਾ ਉਹ ਸਾਰਾ ਉਹ ਬਣਨਾ ਚਾਹੀਦਾ। ਤੇ ਜਿਹੜੀਆਂ ਵਿੱਚ ਕੁਰੀਤੀਆਂ ਹੈਗੀਆਂ ਉਹ ਸਾਡੀ ਜਿਹੜੀਆਂ ਹੈਗੀਆਂ ਉਹਨੂੰ ਇੰਟਰਨਲ ਇੱਕ ਬਾਹਰੀ ਹਮਲਾ ਹੈਗਾ। ਬਾਹਰੀ ਹਮਲਾ ਇਸ ਤਰ੍ਹਾਂ ਹੈਗਾ ਵੀ ਬੰਦਾ ਆਇਆ, ਉਹਨੇ ਮਹਾਰਾਜ ਦੇ ਉੱਤੇ ਬਹਿ ਗਿਆ ਜਾਂ ਉੱਤੇ ਪੈਰ ਰੱਖਿਆ ਜਾਂ ਉਹਨੇ ਚੁੱਕ ਕੇ ਸਰੂਪ ਸਿੱਟਦਾ, ਸੋ ਬਾਹਰੀ ਹਮਲਾ ਹੈਗਾ। ਬਾਹਰੀ ਤੇ ਅੰਦਰੂਨੀ ਹਮਲੇ ਨੂੰ ਅੱਡ-ਅੱਡ ਤਰੀਕੇ ਦੇ ਨਾਲ ਨਜਿੱਠਣਾ ਬਣਦਾ ਹੈਗਾ। ਬਿਲਕੁਲ। ਅੰਦਰੂਨੀ ਹਮਲੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਕਿ ਕਾਨੂੰਨੀ ਤੌਰ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਟੰਗ ਦੋ ਉਹਨੂੰ, ਫਿਰ ਉਹਨਾਂ ਤੇ ਵੀ ਇਸ ਤਰ੍ਹਾਂ ਕਾਰਵਾਈ ਹੋਵੇ ਤਾਂ ਹੀ ਜਿਹੜਾ ਬਾਹਰੀ ਹਮਲੇ ਤੋਂ ਅਸੀਂ ਬਚ ਸਕਦੇ ਹਾਂ? ਬਿਲਕੁਲ ਹੋ ਸਕਦਾ। ਜਿਹੜੀ ਕਿਸੇ ਦੀ ਭਾਵਨਾ ਹੋਵੇ ਤੇ ਉਹ ਕਰ ਲਵੇ ਉਹਨੂੰ, ਕਿਉਂਕਿ ਕਾਨੂੰਨ ਉਹਨੂੰ ਨਹੀਂ, ਮੌਜੂਦਾ ਸਮੇਂ ਦਾ ਕਾਨੂੰਨ ਉਹਨੂੰ ਨਹੀਂ ਸੰਤੁਸ਼ਟ ਕਰ ਰਿਹਾ। ਸੋ ਹਰੇਕ ਨੂੰ ਹੱਕ ਹੋ ਜਾਂਦਾ ਫਿਰ ਉਹ ਕਾਨੂੰਨ ਦੀ ਜਿਹੜੀ ਆ ਉਹ ਮਰਿਆਦਾ ਉਲੰਘਣਾ ਕਰਨ ਦਾ। ਜੇ ਕਾਨੂੰਨ ਦੀ ਪਾਲਣਾ ਕਰਾਉਣ ਵਾਲਾ ਜਾਂ ਕਾਨੂੰਨ ਦੀ ਰਾਖੀ ਕਰਨ ਵਾਲਾ ਉਲੰਘਣਾ ਕਰ ਸਕਦਾ ਤਾਂ ਫਿਰ ਆਮ ਆਦਮੀ ਤੋਂ ਕਾਨੂੰਨ ਦੀ ਪਾਲਣਾ ਦੀ ਉਮੀਦ ਰੱਖਣੀ ਹੈ ਜਿਹੜੀ ਮੂਰਖਤਾਈ ਤੋਂ ਵੱਧ ਕੁਝ ਨਹੀਂ ਹੈਗਾ। ਜੀ ਮੰਜਪੁਰ ਸਾਹਿਬ, ਫਿਰ ਹੁਣ 5 ਸਾਲਾਂ ਦੇ ਵਿੱਚ ਤੁਸੀਂ ਸਿੱਖ ਸਿਆਸਤ ਨੂੰ ਕਿੱਥੇ ਖੜਾ ਦੇਖਦੇ ਹੋ ਅੱਜ ਦੇ ਸਮੇਂ ਦੇ ਵਿੱਚ? ਜੇ ਅੱਜ ਦੇ ਸੰਦਰਭ ਦੀ ਗੱਲ ਕਰੀਏ ਤਾਂ ਕਿੰਨੀਆਂ ਕੁ ਤਬਦੀਲੀਆਂ ਹੋਰ ਕਰਨ ਦੀ ਜ਼ਰੂਰਤ ਹੈ, ਜਿਹੜਾ ਜੇਕਰ ਤੁਸੀਂ ਸਿੱਖਾਂ ਦੀ ਅਗਵਾਈ ਕਿਸੇ ਨੇ ਕਰਨੀ ਹੈ ਜਾਂ ਸਿੱਖ ਕੌਮ ਦੇ ਵਿੱਚ ਫਿਲਹਾਲ ਦੀ ਘੜੀ ਤਾਂ ਤੁਹਾਡੇ ਸਾਹਮਣੇ ਕਈ ਵਿਵਾਦ ਇਹੋ ਜਿਹੇ ਖੜੇ ਹੋ ਜਾਂਦੇ ਨੇ, ਪ੍ਰਚਾਰਕਾਂ ਦੇ ਵਿੱਚ ਵੀ, ਸਾਡੇ ਸਿੱਖ ਆਗੂਆਂ ਦੇ ਵਿੱਚ ਵੀ, ਸਾਡੀ ਸ਼੍ਰੋਮਣੀ ਕਮੇਟੀ 'ਚ ਜਥੇਦਾਰਾਂ ਦੇ ਵਿੱਚ ਕਈ ਤਰ੍ਹਾਂ ਦੇ ਵਿਵਾਦ ਸਾਹਮਣੇ ਆਉਂਦੇ ਨੇ। ਕੀ ਲੱਗਦੇ ਹੋ ਕਿ ਤਬਦੀਲੀਆਂ ਕੀ ਕਰਨ ਵਾਲੀਆਂ ਇਹਨਾਂ ਦੇ ਵਿੱਚ? ਦੇਖੋ ਤਬਦੀਲੀਆਂ ਦੇ ਇਹਦੇ 'ਚ ਕੋਈ ਮੈਂ ਉਸ ਤਰ੍ਹਾਂ ਨਹੀਂ ਦੱਸ ਸਕਦਾ ਵੀ ਆਹ ਤਬਦੀਲੀਆਂ ਹੋਣੀਆਂ ਚਾਹੀਦੀਆਂ, ਪਰ ਇਹ ਆ ਵੀ ਜਿਹੜਾ ਸਾਡੇ ਆਗੂ ਚੁਣਨ ਦੀ ਕਵਾਇਦ ਆ ਉਹ ਜਿੰਨਾ ਚਿਰ ਅਸੀਂ ਜਿੱਦਾਂ ਗੁਰਦੁਆਰਿਆਂ ਦਾ ਪ੍ਰਬੰਧ ਆ ਜਾਂ ਸ਼੍ਰੋਮਣੀ ਕਮੇਟੀ ਦਾ ਵੀ ਅਸੀਂ ਕਹਿੰਦੇ ਵੀ ਵੋਟਾਂ ਦੇ ਸਿਸਟਮ ਦੇ ਵਿੱਚੋਂ ਨਹੀਂ ਨਿਕਲਦਾ। ਜਿਹੜੀ ਗੁਣਾਤਮਕ ਤੌਰ ਦੇ ਉੱਤੇ ਗੁਣਤੰਤਰ ਆ ਸਾਡੇ ਅੰਦਰੂਨੀ ਪੰਥ ਦੇ ਵਿੱਚ, ਸਿੱਖਾਂ ਦੀਆਂ ਸੰਸਥਾਵਾਂ ਦੇ ਵਿੱਚ ਉਸ ਤਰ੍ਹਾਂ ਆਗੂ ਨਹੀਂ ਚੁਣਿਆ ਜਾਂਦਾ। ਇਹ ਤਾਂ ਇੱਕ ਵੋਟ ਰਾਜਨੀਤੀ ਵੀ ਠੀਕ ਹੈ, ਜਿਹਨੂੰ ਵੱਧ ਵੋਟਾਂ ਮਿਲ ਗਈਆਂ ਜੀ ਤੇ ਉਹ ਸਾਡਾ ਆਗੂ ਆ। ਸੋ ਸਿੱਖੀ ਦੇ ਵਿੱਚ ਇਸ ਤਰ੍ਹਾਂ ਦੀ ਨਾ ਕਦੀ ਪਰੰਪਰਾ ਸੀਗੀ ਨਾ ਕਵਾਇਦ ਸੀਗੀ, ਪਰ ਇਹ ਆ ਵੀ 20ਵੀਂ ਸਦੀ ਦੇ ਸ਼ੁਰੂ ਤੋਂ ਬਾਅਦ ਅੰਗਰੇਜ਼ੀ ਸ਼ਾਸਨ ਜਾਂ ਜਿਹੜਾ ਇਹ ਪ੍ਰੈਜ਼ੈਂਟ ਡੈਮੋਕ੍ਰੈਟਿਕ ਸਿਸਟਮ ਹੈਗਾ ਇਹਦੇ ਵਿੱਚ ਇਹ ਹੈਗੀ ਵੀ ਜਿਹਨੂੰ ਵੱਧ ਵੋਟਾਂ ਮਿਲ ਗਈਆਂ ਸੋ ਉਹ ਤੁਹਾਡਾ ਆਗੂ ਹੋਊਗਾ। ਪਰ ਗੁਰੂ ਘਰ ਦੇ ਵਿੱਚ ਇਹ ਪ੍ਰਵਾਨਤ ਨਹੀਂ ਹੈਗੀ। ਉੱਥੇ ਗੁਣਾਂ ਦੀ ਜਿਹੜੀ ਹੈਗੀ, ਮੈਂ ਤਾਂ ਆਮ ਹੀ ਉਦਾਹਰਨ ਦਿੰਦਾ ਨਾ, ਜੇ ਗੁਰੂ ਨਾਨਕ ਪਾਤਸ਼ਾਹ ਗੁਰਗੱਦੀ ਵਾਸਤੇ ਵੋਟਾਂ ਪਾਉਂਦੇ ਤੇ ਲੋਕਾਂ ਨੇ ਸ੍ਰੀ ਚੰਦ ਨੂੰ ਗੁਰੂ ਚੁਣ ਲੈਣਾ ਸੀ, ਭਾਈ ਲੈਣੇ ਨੂੰ ਕਿਸੇ ਨੇ ਪੁੱਛਣਾ ਹੀ ਨਹੀਂ ਸੀ। ਉਹਨੇ ਕਹਿਣਾ ਵੀ ਇਹ ਕਿੱਥੋਂ ਆ ਗਿਆ। ਸੋ ਇਹ ਗੁਣਾਂ ਦੀ ਜਿਹੜੀ ਆ ਉਹਦੇ ਹਿਸਾਬ ਦੇ ਨਾਲ ਜਦੋਂ ਅਸੀਂ ਸੰਗਤੀ ਰੂਪ ਦੇ ਵਿੱਚ ਲੋਕਲ ਸੰਗਤਾਂ ਜਿਹੜੀਆਂ ਹੈਗੀਆਂ ਆਪਣੇ ਆਗੂ, ਜੋ ਸਾਡੀ ਗੁਰੂ ਖਾਲਸਾ ਪੰਥ ਦੀ ਕਵਾਇਦ ਚੱਲਦੀ ਸੀ ਉਹਦੇ ਵਿੱਚੋਂ ਜਿਹੜੇ ਆ ਮੋਹਤਵਾਰ ਜਿਹੜੇ ਬੰਦੇ ਆ, ਜਿਹੜੇ ਸੇਵਾ ਜਿਨ੍ਹਾਂ ਦੇ ਕੋਲ ਸੇਵਾ ਆ, ਜਿਹੜੇ ਗੁਰਬਾਣੀ ਦੇ ਨਾਲ ਹੈਗੇ ਆ। ਹੁਣ ਤੱਕ ਕਰਤਾਰ ਹੀ ਇੰਨੇ ਨੀਵੇਂ ਹੋਣੇ। ਅਕਾਲੀ ਦਲ ਦੇ ਜਿਹੜੇ ਆਗੂ, SGPC ਦੇ ਆਗੂ ਆ, ਉਹਨਾਂ ਦੇ ਉੱਤੇ ਬਲਾਤਕਾਰ ਦੇ ਜਿਹੜੇ ਆ ਉਹ ਛੇੜਛਾੜ ਦੇ ਤੇ ਅਕਾਲੀ ਦਲ ਇਸਤਰੀ ਵਿੰਗ ਦੇ ਉੱਤੇ ਜਿਹੜੀਆਂ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲਿੰਗ ਕਰਨ ਦੇ ਕੇਸ ਦਰਜ ਹੁੰਦੇ ਆ। ਤਾਂ ਫਿਰ ਤੁਸੀਂ ਕੀ ਆਸ ਰੱਖੋਗੇ ਵੀ ਇਹਨਾਂ ਦੇ ਕਰਤਾਰਾਂ ਦੇ ਵਿੱਚੋਂ ਸਿੱਖ ਆਗੂ ਕੋਈ ਜਿਹੜਾ ਸਾਹਮਣੇ ਆਊਗਾ? ਇਸ ਸਿਸਟਮ ਦੇ ਵਿੱਚੋਂ ਨਹੀਂ ਆ ਸਕਦਾ। ਹਾਂ, ਮੇਰੀ ਇਹ ਜ਼ਰੂਰ, ਜੇ ਅਕਾਲੀ ਦਲ ਨੂੰ ਜਾਂ ਸਿੱਖ ਰਾਜਨੀਤੀ ਨੂੰ, ਸਿੱਖ ਸਿਆਸਤ ਨੂੰ ਬਚਾਉਣਾ ਤੇ ਬਾਦਲ ਪਰਿਵਾਰ ਨੂੰ ਆਪਣੇ ਆਪ ਜਿਹੜਾ ਅਕਾਲੀ ਦਲ ਤੋਂ ਪਿੱਛੇ ਹੋ ਜਾਣਾ ਚਾਹੀਦਾ, ਤਾਂ ਉਹਨਾਂ ਦਾ ਵੀ ਭਲਾ ਹੋ ਜੂ, ਸਿੱਖਾਂ ਦਾ ਵੀ ਤੇ ਅਕਾਲੀ ਸਿਆਸਤ ਦਾ ਵੀ। ਅਦਰਵਾਈਜ਼ ਜਿਹੜੀ ਆ ਇਹ ਗਿਰਾਵਟ ਵੱਲ ਨੂੰ ਹੀ ਜਿਹੜੀ ਆ ਸਿੱਖ ਸਿਆਸਤ ਜਾਂਦੀ ਆ। ਪਰ ਸਮਾਂ ਇੱਕੋ ਜਿਹਾ ਸਦਾ ਨਹੀਂ ਰਹਿੰਦਾ, ਚੇਂਜ ਹੋਊਗਾ। ਹੁਣ ਜਿਹੜੇ ਨਵੇਂ ਨੌਜਵਾਨ ਹੈਗੇ ਉਹ ਜ਼ਰੂਰ ਇਸ ਪਾਸੇ ਨੂੰ ਸੋਚ ਰਹੇ ਆ। ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਚੇਂਜਿਸ ਹੋਣਗੇ। ਮਤਲਬ ਅਖੀਰ ਦੇ ਵਿੱਚ ਜਾਂਦੇ ਜਾਂਦੇ ਇਹ ਦੱਸ ਦਿਓ ਕਿ ਸਿਰਫ ਆਸ ਹੀ ਰੱਖੀਏ ਕਿ ਬਰਗਾੜੀ ਬੇਅਦਬੀ ਮਾਮਲੇ ਜਾਂ ਗੋਲੀकांड ਮਾਮਲਿਆਂ ਦੇ ਵਿੱਚ ਸਿਰਫ ਇਨਸਾਫ ਦੀ ਆਸ ਰੱਖੀਏ ਕਿ ਮਿਲ ਜਾਏਗਾ, ਜਿਵੇਂ 84 ਚ ਇਨਸਾਫ ਦੀ ਆਸ ਹੈ, ਹੋਰਾਂ ਮਾਮਲਿਆਂ 'ਚ ਆਸ ਹੀ ਰੱਖੀਏ ਬਸ? ਦੇਖੋ ਆਸ ਹੀ ਇਹਦੇ ਵਿੱਚ ਇਹੀ ਆ ਵੀ ਇੱਕ ਜਿਸ ਅਸੀਂ ਦਾਇਰੇ ਦੇ ਵਿੱਚ ਰਹਿ ਰਹੇ ਆ ਉਹਦੇ ਵਿੱਚ ਆਸ ਵੀ ਇੱਕ ਹੈਗੀ। ਆਸ ਛੱਡ ਕੇ ਤਾਂ ਫਿਰ ਬਹੁਤ ਜ਼ਿਆਦਾ ਨਿਰਾਸ਼ਾ ਜਿਹੜੀ ਆ ਜਾਂਦੀ ਆ। ਸੋ ਉਹਦੇ 'ਚ ਇੱਕ ਲੜਾਈ ਆ ਸਾਨੂੰ ਦੁਨੀਆ ਨੂੰ ਦਿਖਾਉਣ ਨੂੰ ਵੀ ਆਹ ਦੇਖੋ ਸਾਡੇ ਤਾਂ ਜੇ 84 ਵਾਲੇ ਨਹੀਂ ਇਨਸਾਫ ਮਿਲੇ ਤੇ ਇਹ ਤਾਂ ਜੇ ਨਵੇਂ ਹੀ ਇਹਨਾਂ ਦੇ ਹਿਸਾਬ
ਸਦੀ ਦੇ ਜਾਂ ਇਹ ਤਾਂ 20ਵੀਂ ਸਦੀ ਦੇ ਜਿਹੜੇ ਇਨਸਾਫ ਰਹਿੰਦੇ ਆ। ਸੋ ਆਸ ਤਾਂ ਨਹੀਂ ਛੱਡਣੀ ਚਾਹੀਦੀ, ਪਰ ਬਾਕੀ ਰਾਵਾਂ ਦੇ ਵੱਲ ਵੀ ਜਿਹੜਾ ਸੋਚਣਾ ਚਾਹੀਦਾ, ਦੇਖਣਾ ਚਾਹੀਦਾ। ਜੀ ਮੰਜਪੁਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਧੰਨਵਾਦ ਜੀ। ਸੋ ਸਾਡੇ ਨਾਲ ਮੌਜੂਦ ਸਨ ਉੱਗੇ ਵਕੀਲ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ, ਜਿਹੜੇ ਮਨੁੱਖੀ ਅਧਿਕਾਰਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਵੀ ਰਿਪਰੈਜ਼ੈਂਟ ਕਰਦੇ ਨੇ, ਐਡਵੋਕੇਟ ਜਸਪਾਲ ਸਿੰਘ ਮੰਜਪੁਰ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਡੀ ਸਿਆਸਤ 50 ਸਾਲਾਂ ਦੇ ਵਿੱਚ ਬਦਲੀ ਹੈ, ਬੇਅਦਬੀ ਮਾਮਲਿਆਂ ਤੇ, ਗੋਲੀकांड ਮਾਮਲਿਆਂ ਦੇ ਉੱਤੇ ਕਿਸ ਤਰ੍ਹਾਂ ਜਿਹੜਾ ਉਹ ਸਿਆਸਤ ਦੇ ਵਿੱਚ ਨਿਘਾਰ ਵੀ ਆ ਰਿਹਾ ਹੈ। ਮਸਲਿਆਂ ਦੇ ਵਿੱਚ ਇਨਸਾਫ ਦੀ ਆਸ ਹੁਣ ਤੱਕ ਕੀਤੀ ਜਾ ਰਹੀ ਹੈ, ਭਾਵੇਂ ਉਹ 84 ਦੇ ਹੋਣ, ਭਾਵੇਂ ਹੁਣ ਇਹ ਬੇਅਦਬੀ ਦਾ ਮਸਲਾ ਹੋਵੇ, ਜਾਂ ਹੁਣ ਨਵਾਂ ਜਿਹੜਾ ਫਤਿਹਗੜ੍ਹ ਸਾਹਿਬ ਦਾ ਮਸਲਾ ਹੈ। ਬਸ ਇਨਸਾਫ ਦੀ ਆਸ ਤੇ ਸਿੱਖ ਜਿਹੜੀ ਕੌਮ ਹੈ ਉਹ ਟਿਕੀ ਹੋਈ ਹੈ। ਹੁਣ ਤੱਕ ਜਿਹੜਾ ਉਹ ਕੋਈ ਮੁਕੰਮਲ ਹੱਲ ਇਸ ਚੀਜ਼ ਦਾ ਨਿਕਲ ਕੇ ਸਾਹਮਣੇ ਨਹੀਂ ਆਇਆ। ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲੱਗੇ, ਤੁਸੀਂ ਕਮੈਂਟ ਜ਼ਰੂਰ ਕਰਿਓ। ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਲੋਕਰੰਗ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।